का खालसा वाहिगुरु जी की फतेह। सतनाम धन वाहिगुरु साहिब जी। जेता समुंद सागर नीर भरिया, तेते ओगण हमारे। दया करो किछ मेहर उपावो, डुबदे पत्थर तारे। जियड़ा अगन बराबर तपै, भीतर वगै काती। प्रणवत नानक हुक्म पछाणै, सुख होवै दिन राती। जागदी जोत शब्द गुरु बाणी के बोहित। धन धन श्री गुरु ग्रंथ साहब महाराज जी दी पावन पवित्र पाक हजूरी विच जुड़ बैठे सतसंगी जनों, सतगुरां ने अपार किरपा कीती है। यह मनुखा जीवन साडा गुरु लेखे लग सके, सानू गुरु घर दे विच हाजरियां भरन दा सतगुरां ने सुभाग समा बख्शिश कीता है। जाप साहब बाणी दी लड़ीवार विचार विचार दे अधीन हुण तक 184 पदे रल मिल के विचारे हन। आओ 185 नंबर पदे तो अज दी विचार दी आरंभता करांगे। भुजंग प्रयात छंद। नमो सूरज सूरजे, नमो चंद्र चंद्रे, नमो राज राजे, नमो इंद्र इंद्रे। सो सारिया संगतां नूं बेनती है, भाई करो मनोवृत्तियां एकागर, गुरु उपदेश दा लाहा खट सकीए। फतेह दी सान करो, आखो जी वाहिगुरु जी का खालसा वाहिगुरु जी की फतेह। भुजंग प्रयात छंद। नमो सूरज सूरजे, नमो चंद्र चंद्रे, नमो राज राजे, नमो इंद्र इंद्रे, नमो अंधकारे, नमो तेज तेजे, नमो बृंद बृंदे, नमो बीज बीजे, नमो राज संतां संसांत रूपे, नमो परम तत्तं तत्तं स्वरूपे, नमो जोग जोगे, नमो ज्ञान ज्ञाने, नमो मंत्र मंत्रे, नमो ध्यान ध्याने, नमो युद्ध युद्धे, नमो ज्ञान ज्ञाने,
नमो ज्ञान ज्ञाने। नमो पोज पोजे नमो पान पाने। नमो पोज पोजे नमो पान पाने। नमो कलह करता नमो शांत रूपे। नमो कलह करता नमो शांत रूपे। नमो इंद्र इंद्रे अनादं विभूते। नमो इंद्र इंद्रे अनादं विभूते। अलंकार रूपे अलंकार अलंके। अलंकार रूपे अलंकार अलंके। नमो आसे आसे नमो बांक बंके। नमो आस आसे नमो बांक बंके। अपंगी स्वरूपे अनंगी अनामे। अपंगी स्वरूपे अनंगी अनामे। त्रिभंगी त्रिकाले अनंगी अकामे। त्रिभंगी त्रिकाले अनंगी अकामे। अपंगी स्वरूपे अनंगी अनामे। अपंगी स्वरूपे अनंगी अनामे। त्रिभंगी त्रिकाले अनंगी अकामे। त्रिभंगी त्रिकाले अनंगी अकामे। वाहिगुरु जी का खालसा वाहिगुरु जी की फतेह। उस अकाल पुरख नूं वडियाउण लई गुरु साहब जी ने उस नूं वख वख नामां नाल याद कीता है ਤਾਂ ਕਿ ਸਾਨੂੰ ਉਸ ਅਕਾਲ ਪੁਰਖ ਵਾਹਿਗੁਰੂ ਦੀ ਜਿਹੜੀ ਬੇਅੰਤਤਾ ਹੈ ਉਹਦੀ ਸੋਝੀ ਆ ਸਕੇ। ਕਿਉਂਕਿ ਅਕਾਲ ਪੁਰਖ ਵਾਹਿਗੁਰੂ ਬੇਅੰਤ ਹੈ, ਉਹਦਾ ਅੰਤ ਨਹੀਂ ਪਾਇਆ ਜਾ ਸਕਦਾ। ਪਰ ਹਰ ਇੱਕ ਪ੍ਰਾਣੀ ਮਾਤਰ ਜੀਵ ਉਸ ਅਕਾਲ ਪੁਰਖ ਵਾਹਿਗੁਰੂ ਅੱਗੇ ਝੁਕ ਸਕਦਾ ਹੈ, ਝੁਕਣਾ ਚਾਹੀਦਾ ਹੈ, ਉਹਨੂੰ ਬਾਰੰਬਾਰ ਨਮਸਕਾਰ ਕਰਨੀ ਚਾਹੀਦੀ। ਇਸਨੇ ਇਤਨਾ ਕੁਛ ਸਾਨੂੰ ਭੋਗਣ ਵਾਸਤੇ ਸੰਸਾਰ ਦੇ ਵਿੱਚ ਦਿੱਤਾ। ਕਿਵੇਂ ਅਕਾਲ ਪੁਰਖ ਨੇ ਸਾਡੇ ਉੱਤੇ ਬੜੀ ਕਿਰਪਾ ਕੀਤੀ ਹੈ। ਇੰਨਾ ਕੁਝ ਸੰਸਾਰ ਦੇ ਵਿੱਚ ਮਾਨਣ ਲਈ, ਜਾਣਨ ਲਈ ਉਸ ਰੱਬ ਨੇ ਬਣਾਇਆ। ਉਹਦੇ ਭੰਡਾਰੇ ਬੇਸ਼ੁਮਾਰ ਹਨ, ਬੇਅੰਤ ਹਨ। ਔਰ ਇਹ ਸਭ ਕੁਝ ਇੱਕੋ ਵਾਰੀ ਪੈਦਾ ਕਰਕੇ ਮਾਲਕ ਨੇ ਪਾਵਨ ਵਾਕਾਂ ਅਨੁਸਾਰ ਆਸਨ ਲੋਏ ਲੋਏ ਭੰਡਾਰ ਜੋ ਕੁਛ ਪਾਇਆ ਸੋ ਏਕਾ ਵਾਰ ਕਰ ਕਰ ਵੇਖੈ ਸਿਰਜਣਹਾਰ ਨਾਨਕ ਸੱਚੇ ਕੀ ਸਾਚੀ ਕਾਰ। ਇਹ ਜਿਹੜੀ ਵਾਹਿਗੁਰੂ ਜੀ ਦੀ ਕਾਰ ਹੈ ਇਹ ਸੱਚੀ ਹੈ, ਸਦੀਵ ਕਾਲੀ ਹੈ। ਇਸ ਕਰਕੇ ਮਹਾਰਾਜ ਉਸ ਅਕਾਲ ਪੁਰਖ ਦੀ ਕੁਦਰਤ ਤੋਂ, ਉਸ ਮਾਲਕ ਤੋਂ ਬਾਰੰਬਾਰ ਬਲਿਹਾਰ ਜਾਂਦੇ ਹਨ। ਕਿਉਂਕਿ ਕੁਦਰਤ ਜਿਹੜੀ ਉਹ ਕਾਦਰ ਕਰਕੇ ਹੈ ਤੇ ਸੱਚ ਜਾਣਨਾ, ਜਿਸ ਦੀ ਬਣਾਈ ਹੋਈ ਕੋਈ ਵਸਤ ਹੋਵੇ ਉਹਦੀ ਵਸਤ ਤੋਂ ਬਲਿਹਾਰ ਹੋਣਾ ਵੀ ਉਸ ਕਾਦਰ ਤੋਂ ਹੀ ਬਲਿਹਾਰ ਜਾਣਾ। ਜਿਵੇਂ ਕਿ ਨੇ ਸੋਹਣੀ ਪੇਂਟਿੰਗ ਬਣਾਈ ਹੋਵੇ ਨਾ, ਅਸੀਂ ਕਹੀਏ ਕਿਆ ਖੂਬ ਹੈ, ਤੇ ਬਣਾਉਣ ਵਾਲੇ ਨੂੰ ਹੀ ਪ੍ਰਸੰਨ ਕਰਨਾ ਹੁੰਦਾ। ਅਸਲ 'ਚ ਉਹਦੀ ਸੁੰਦਰਤਾ ਬਿਆਨ ਕਰਨੀ। ਕਿੰਨੇ ਬਹੁਤ ਸੋਹਣਾ ਸੰਗੀਤ ਗਾਇਆ ਹੋਵੇ, ਸੰਗੀਤ ਬਾਰੇ ਕਹਿਣਾ ਕਿਆ ਸੰਗੀਤ ਸੀ, ਤੇ ਇਹ ਸੰਗੀਤ ਗਾਉਣ ਵਾਲੇ ਦੀ ਹੀ ਵਡਿਆਈ ਕਰਨੀ ਹੁੰਦੀ। ਇਸ ਤਰ੍ਹਾਂ ਹੀ ਗੁਰੂ ਮਹਾਰਾਜ ਆਖ ਰਹੇ ਨੇ ਕਿ ਹੇ ਅਕਾਲ ਪੁਰਖ ਵਾਹਿਗੁਰੂ, ਜਦੋਂ ਮੈਂ ਇਸ ਸੰਸਾਰ ਨੂੰ ਦੇਖਦਾ ਹਾਂ, ਸੰਸਾਰ ਵਿੱਚ ਜੋ ਕੁਝ ਤੂੰ ਸਾਨੂੰ ਬਖਸ਼ਿਆ, ਪਰ ਇਹ ਸਭ ਤੂੰ ਬਣਾਇਆ ਆਪ ਹੀ ਹੈ। ਇਹਨਾਂ ਸਭਨਾਂ ਦੇ ਪਿੱਛੇ ਤੇਰੀ ਹੀ ਸੱਤਾ ਕੰਮ ਕਰ ਰਹੀ ਹੈ। ਜਿਵੇਂ ਮਹਾਰਾਜ ਨੇ ਆਖਿਆ ਭੁਜੰਗ ਪ੍ਰਿਆਤ ਛੰਦ, ਇਹ ਛੰਤ ਦਾ ਨਾਂ ਹੈ। ਨਮੋ ਸੂਰਜ ਸੂਰਜੇ, ਨਮੋ ਚੰਦਰ ਚੰਦਰੇ, ਨਮੋ ਰਾਜ ਰਾਜੇ, ਨਮੋ ਇੰਦਰ ਇੰਦਰੇ।
ਨਮੋ ਦਾ ਅਰਥ ਦੱਸਿਆ ਸੀ ਨਮਸਕਾਰ। ਉਸ ਅਕਾਲ ਪੁਰਖ ਵਾਹਿਗੁਰੂ ਨੂੰ ਆਵਾਜ਼ ਮਾਰ ਕੇ ਕਹਿਣੀ ਹੈ ਕਿ ਹੇ ਪ੍ਰਭੂ, ਹੇ ਮੇਰੇ ਰੱਬ, ਤੈਨੂੰ ਨਮਸਕਾਰ ਹੈ। ਤੇਰੇ ਚਰਨਾਂ ਸਾਡੀ ਡੰਡੋਤ ਹੈ, ਤੈਨੂੰ ਸਾਡਾ ਪ੍ਰਣਾਮ ਹੈ। ਇੱਕ ਵਾਰ ਨਹੀਂ, ਕਰੋੜ ਕਰੋੜ ਵਾਰ ਪ੍ਰਣਾਮ ਹੈ ਅਕਾਲ ਪੁਰਖ ਵਾਹਿਗੁਰੂ ਨੂੰ, ਕਰੋੜਾਂ ਵਾਰ ਨਮਸਕਾਰ ਹੈ। ਆਖਣ ਲੱਗੇ ਨਮੋ ਸੂਰਜ ਸੂਰਜੇ, ਹੇ ਪ੍ਰਭੂ ਤੈਨੂੰ ਨਮਸਕਾਰ ਹੈ, ਤੂੰ ਸੂਰਜਾਂ ਨੂੰ ਵੀ ਜਲਾਲ ਤੇਜਮਈ ਪ੍ਰਕਾਸ਼ ਦੇਣ ਵਾਲਾ, ਤੂੰ ਸੂਰਜਾਂ ਦਾ ਵੀ ਸੂਰਜ ਹੈ। ਆਓ ਕਿ ਸੂਰਜ ਦੇ ਉੱਤੇ ਜਿਹੜਾ ਜਲਾਲ ਹੈ, ਜਦੋਂ ਸਵੇਰ ਨਿਕਲਦਾ ਕਿਤਨਾ ਲਾਲ ਹੁੰਦਾ ਹੈ, ਜਦੋਂ ਛਿਪਦਾ ਸੂਰਜ ਕਿੰਨਾ ਲਾਲ ਹੁੰਦਾ ਹੈ। ਮਹਾਰਾਜ ਕਹਿੰਦੇ ਇਹ ਉਸ ਪਰਮਾਤਮਾ ਨੇ ਜਿਹੜਾ ਦਿੱਤਾ ਸੂਰਜ ਨੂੰ ਜਲਾਲ, ਉਸਨੂੰ ਹੀ ਦਿੱਤਾ। ਆਓ ਕਿ ਸੂਰਜ ਨੂੰ ਜਲਾਲ ਦੇਣ ਵਾਲਾ, ਰੋਸ਼ਨੀ ਤੇ ਪ੍ਰਕਾਸ਼ ਦੇਣ ਵਾਲਾ ਉਹ ਅਕਾਲ ਪੁਰਖ ਵਾਹਿਗੁਰੂ ਹੈ। ਕਹਿਣ ਲੱਗੇ ਤੈਨੂੰ ਮੇਰੀ ਨਮਸਕਾਰ ਹੈ, ਕਿਉਂਕਿ ਤੂੰ ਸੂਰਜ ਨੂੰ ਇਹ ਜਲਾਲ ਦਿੱਤਾ, ਤੇਜ ਪ੍ਰਕਾਸ਼ ਦਿੱਤਾ, ਰੋਸ਼ਨੀ ਦਿੱਤੀ। ਉਹਦੀ ਰੋਸ਼ਨੀ ਨੂੰ ਅਸੀਂ ਮਾਣ ਰਹੇ ਹਾਂ। ਦਿਨ ਚੜ੍ਹਦਾ, ਗਵਾਚੀ ਹੋਈਆਂ ਚੀਜ਼ਾਂ ਮਿਲ ਪੈਂਦੀਆਂ, ਰਾਤ ਦੇ ਹਨ੍ਹਾਂ ਦੇ ਵਿੱਚ ਕੁਝ ਦਿਖਾਈ ਨਹੀਂ ਦਿੰਦਾ। ਪਰ ਮਹਾਰਾਜ ਕਹਿੰਦੇ ਇਹ ਜਿਹੜੀ ਰੋਸ਼ਨੀ ਹੈ ਇਹ ਤੇਰੀ ਹੀ ਹੈ। ਫਿਰ ਆਖਣ ਲੱਗੇ ਨਮੋ ਚੰਦਰ ਚੰਦਰੇ। ਚੰਦਰ ਦਾ ਅਰਥ ਹੈ ਚੰਦਰਮਾ, ਕਿਉਂਕਿ ਚੰਦਰਮਾ ਨੂੰ ਸ਼ੀਤਲ ਚਾਨਣੀ ਦੇਣ ਵਾਲਾ ਆਖਿਆ ਜਾਂਦਾ ਹੈ। ਉਹ ਸ਼ੀਤਲਤਾ ਦਿੰਦਾ ਹੈ, ਉਹ ਰਾਤ ਨੂੰ ਹਨੇਰੇ ਵਿੱਚ ਚਾਨਣੀ ਦਿੰਦਾ ਹੈ। ਅਤੇ ਮਹਾਰਾਜ ਕਹਿੰਦੇ ਤੈਨੂੰ ਨਮਸਕਾਰ ਹੈ ਪਰਮਾਤਮਾ, ਚੰਦਰਮਾ ਨੂੰ ਸ਼ੀਤਲ ਚਾਨਣੀ ਦੇਣ ਵਾਲਾ, ਰੋਸ਼ਨੀ ਦੇਣ ਵਾਲਾ ਤੂੰ ਹੀ ਹੈ, ਤੈਨੂੰ ਨਮਸਕਾਰ ਹੈ। ਪਾਓ ਤੂੰ ਜਲਾਲ ਅਤੇ ਜਮਾਲ ਦੋਹਾਂ ਦਾ ਮਾਲਕ ਹੈ, ਕਿਉਂਕਿ ਸੂਰਜ ਨੂੰ ਜਲਾਲ ਦਿੰਦਾ ਹੈ ਅਤੇ ਚੰਦਰਮਾ ਨੂੰ ਜਮਾਲ ਦਿੰਦਾ ਹੈ, ਠੰਡਕ ਦਿੰਦਾ ਹੈ, ਸ਼ੀਤਲਤਾ ਦਿੰਦਾ ਹੈ। ਵੈਸੇ ਵੀ ਚੰਦਰਮਾ ਸ਼ੀਤਲਤਾ ਦਾ ਪ੍ਰਤੀਕ ਹੈ, ਸੂਰਜ ਜਿਹੜਾ ਹੈ ਉਹ ਗਰਮੀ ਦਾ ਪ੍ਰਤੀਕ ਹੈ। ਮਹਾਰਾਜ ਕਹਿੰਦੇ ਤੈਨੂੰ ਮੇਰੀ ਨਮਸਕਾਰ ਹੈ, ਕਿਉਂਕਿ ਦੋਨੋਂ ਚੀਜ਼ਾਂ ਤੇਰੇ ਹੱਥ ਵਿੱਚ ਹਨ। ਫਿਰ ਆਖਣ ਲੱਗੇ ਨਮੋ ਰਾਜ ਰਾਜੇ, ਤੂੰ ਰਾਜਿਆਂ ਦਾ ਵੀ ਰਾਜਾ ਹੈ। ਨਮੋ ਇੰਦਰ ਇੰਦਰੇ, ਤੂੰ ਦੇਵਤਿਆਂ ਦੇ ਰਾਜੇ ਇੰਦਰ ਦਾ ਵੀ ਇੰਦਰ ਹੈ। ਪਾਓ ਕਿ ਤੂੰ ਰਾਜਿਆਂ ਦਾ ਵੀ ਰਾਜਾ ਹੈ। ਦੇਵਤਿਆਂ ਦਾ ਰਾਜਾ ਇੰਦਰ, ਤੂੰ ਉਸ ਦਾ ਵੀ ਰਾਜਾ ਹੈ, ਤੈਨੂੰ ਸਾਡੀ ਨਮਸਕਾਰ ਹੈ। ਪਾਓ ਕਿ ਸਾਨੂੰ ਇਹਨਾਂ ਬਚਨਾਂ ਰਾਹੀਂ ਇਹ ਸਮਝਾਇਆ ਗਿਆ ਕਿ ਕਿਸੇ ਰਾਜੇ ਦੇ ਪ੍ਰਭਾਵ ਥੱਲੇ ਨਹੀਂ ਆਉਣਾ, ਉਸਦੀ ਪੂਜਾ ਨਹੀਂ ਕਰਨੀ। ਨਾ ਮਨੁੱਖਾਂ ਦੇ ਰਾਜਿਆਂ ਦੀ ਪੂਜਾ ਕਰਨੀ, ਨਾ ਦੇਵਤਿਆਂ ਦੇ ਰਾਜਿਆਂ ਦੀ ਪੂਜਾ ਕਰਨੀ। ਅਸੀਂ ਰਾਜਾ ਉਸਦੀ ਕਰਨੀ ਹੈ ਜਿਹੜੇ ਸਾਰੇ ਰਾਜੇ ਉਸ ਅਕਾਲ ਪੁਰਖ ਦੇ ਅਧੀਨ ਹਨ, ਜਿਹਨੂੰ ਮਹਾਰਾਜ ਦੀ ਬਾਣੀ ਆਖਦੀ ਹੈ ਕਉ ਹਰ ਸਮਾਨ ਨਹੀਂ ਰਾਜਾ, ਇਹ ਭੂਪਤ ਸਭ ਦਿਵਸ ਚਾਰ ਕੇ ਝੂਠੇ ਕਰਤ ਦਿਵਾਜਾ। ਇਹਦੇ 4 ਦਿਹਾੜੇ ਦੇ ਨੇ, ਅਤੇ ਇਹ ਰਾਜਿਆਂ ਨੂੰ ਪਰਮਾਤਮਾ ਦਾ ਭੇਦ ਵੀ ਕੋਈ ਨਹੀਂ। ਭਗਤ ਕਬੀਰ ਸਾਹਿਬ ਕਹਿੰਦੇ ਨੇ, ਜਦੋਂ ਆਪਾਂ ਭਗਤ ਕਬੀਰ ਸਾਹਿਬ ਜੀ ਦਾ ਸ਼ਬਦ ਪੜ੍ਹਦੇ ਹਾਂ, ਹਨੂਮਾਨ ਸਰ ਗਰੁੜ ਸਮਾਨਾ, ਸੁਰਪਤ ਨਰਪਤ ਨਹੀਂ ਗੁਣ ਜਾਣਾ। ਸੁਰ ਦਾ ਅਰਥ ਹੈ ਦੇਵਤੇ, ਦੇਵਤਿਆਂ ਦੇ ਰਾਜੇ ਇੰਦਰ ਨੇ। ਨਰਪਤ ਦਾ ਅਰਥ ਹੈ ਮਨੁੱਖਾਂ ਦੇ ਰਾਜਿਆਂ ਨੇ। ਇਹਦੇ ਵਿੱਚੋਂ ਰਾਮਚੰਦ ਜੀ ਹੋਏ, ਕ੍ਰਿਸ਼ਨ ਜੀ ਹੋਏ, ਹੋਰ ਬਹੁਤ ਸਾਰੇ ਰਾਜੇ ਹੋਏ, ਕਿਉਂਕਿ ਉਸ ਵੇਲੇ ਸਮੇਂ ਦੇ ਰਾਜੇ ਸਨ। ਔਰ ਸਾਡੇ ਦੇਸ਼ ਦਾ ਐਸਾ ਵਿਧਾਨ ਰਿਹਾ ਹੈ ਕਿ ਰਾਜਿਆਂ ਨੂੰ ਰੱਬ ਕਰਕੇ ਪੂਜਿਆ ਜਾਂਦਾ ਸੀ, ਅੱਜ ਵੀ ਪੂਜਿਆ ਜਾਂਦਾ। ਅੱਜ ਵੀ ਕਈ ਥਾਵਾਂ 'ਤੇ ਜਾਓ ਨਾ, ਕਿਉਂਕਿ ਕਈ ਚੀਜ਼ਾਂ ਹੁੰਦੀਆਂ ਸੁਣੀ ਸੁਣਾਈਆਂ ਹੁੰਦੀਆਂ, ਕਈ ਚੀਜ਼ਾਂ ਹੁੰਦੀਆਂ ਜੋ ਤੁਸੀਂ ਅੱਖਾਂ ਤੋਂ ਦੇਖ ਕੇ ਨਜ਼ਰ ਅੰਦਾਜ਼ ਨਹੀਂ ਕਰ ਸਕਦੇ। ਹੁਣ ਵੀ ਤੁਸੀਂ ਅੱਜ ਦੇ ਸਮੇਂ ਦੇ ਵਿੱਚ ਜਦੋਂ ਕਿ ਚਾਰੇ ਪਾਸਿਓਂ ਤੋਂ ਇਹ ਗੱਲਾਂ ਆਉਂਦੀਆਂ, ਡੈਮੋਕ੍ਰੇਸੀ ਦਾ ਰਾਜ ਹੈ, ਪਰ ਤੁਹਾਡੇ ਨੇੜਲਾ ਮੁਲਕ ਹੈ ਥਾਈਲੈਂਡ, ਜ਼ਿਆਦਾ ਦੂਰ ਨਾ ਜਾਓ, ਉੱਥੇ ਅੱਜ ਵੀ ਰਾਜੇ ਨੂੰ ਰੱਬ ਕਰਕੇ ਪੂਜਿਆ ਜਾਂਦਾ। ਲੋਕ ਪੂਜਾ ਕਰਦੇ ਨੇ। ਤੁਹਾਨੂੰ ਕੋਈ ਘਰ ਥਾਈਲੈਂਡ ਦਾ ਐਸਾ ਨਹੀਂ ਮਿਲੇਗਾ, ਕੋਈ ਦੁਕਾਨ ਐਸੀ ਨਹੀਂ ਮਿਲੇ ਜਿੱਥੇ ਰਾਜੇ ਦੀ ਫੋਟੋ ਨਾ ਲੱਗੀ ਹੋਵੇ। ਹਰ ਘਰ ਦੇ ਵਿੱਚ, ਹਰ ਦੁਕਾਨ ਦੇ ਵਿੱਚ ਉੱਥੇ ਦੇ ਰਾਜੇ ਦੀਆਂ ਫੋਟੋਆਂ ਲੱਗੀਆਂ।
मैं किसी घर कथा करन गया, मैं सैज सुभाव पुछ लिया, मैं कि ये फोटो क्यों लगी है? कहना जी ये साढ़े राजे की फोटो है। मैं कि ये तो सारी दुकानों ते देखी, मैं सारे घरां 'च ही लगी हुई है। कहते साडा जिहड़ा इत्थे दा राजा है ना, वो रब है। अजोके समय जो आप कलयुग कहते हैं, कोहर कलयुग कहते हैं, मैं पूछा वो किवें? कहने लगे वीर जी गल इदां है कि ये राजा इतना डाउन टू अर्थ है, जिवें इहनूं कोई खबर मिल जाए चोरियों कितों भी किते गरीब कलोनी विच पानी नहीं जा रहा, उत्थे लोग परेशान कर रहे हैं, उन्हां दीयां कोई दिक्कतां हन, तो ये भेग बदल के उत्थे जाके उन्होंने सुलभ करांदा। कहते ये खूबी रखता है। गरीबां दे कोल चला जाएगा भेग बदल के, उन्हां दी समस्या सुनेगा जाके, फिर जाके उन्होंने ठीक करा दिंदा। सो कहते ये साडे वास्ते तां जी रब ही है। साडे देश विच भी ऐसा समा सी कि जदों राजिਆਂ ਨੂੰ रब करके पूजा जाता सी। पर यह नहीं कि जे किसी राजे ਨੂੰ रब करके पूजा जाए तो वह राजा रब ਨੂੰ जानन वाला हो सकता है। हाँ, दुनियावी तौर तो मददगार हो सकता है, लोगों की ਜਿਹੜੇ दुख तकलीफ सुन सकता है। पर कबीर साहब ने निर्णय दे दिता, कहते सच तो यह है, कहते सुरपत नरपत नहीं गुण जाना। देवतियां दे राजे इंद्र ते मनुखां दे राजिਆਂ ने भी हे परमात्मा तेरे एक गुण नूं नहीं जानिया। इस करके गुरु महाराज गुरु गोबिंद सिंह महाराज आखर ने, हे परमात्मा तैनूं मेरी नमस्कार है, क्यों तू राजिਆਂ ਦਾ भी राजा है, तू देवतियां दे राजिਆਂ ਦਾ भी तू राजा है। फिर आखन लगे नमो अंधकारे नमो तेज तेजे। नमो का अर्थ है नमस्कार, है प्रभु तैनूं नमस्कार है। अंधकारे, अंधकारे का अर्थ है घुप हनेरा। आखन लगे घुप हनेरा भी तू आप ही है, जिन्हों आप मस्सिया की काली बोली रात कहने हैं, उस दिन बड़ा हनेरा हुंदा है। महाराज कहते ने घुप हनेरा भी तू ही है, तैनूं नमस्कार है। जिथे कि पहला प्रकाश नूं रोशनी नूं नमस्कार की, सूरज ते चंद्रमा नूं नमस्कार के कहते ने कि तू सूरजां दा सूरज है, चंद्रमा दा चंद्रमा है, इस करके नमस्कार है। पर घुप हनेरा भी तू आप ही है, तैनूं नमस्कार है साडी। नमो अंधकारे नमो तेज तेजे। ते महान चमक वाला प्रकाश वाला भी तू आप ही है, तेज प्रताप भी तेरा ही है। तेज तेज का अर्थ है आओ कि तेज प्रताप वाला, महान चमक वाला, तेज प्रकाश वाला। आओ कि एक पासे हनेरा भी तू आप है, ते रोशनी भी चानन भी तू आप है, तैनूं नमस्कार है। मैं कई बार सोचदा जिवें गुरबाणी ने सानू समझाया, ਜਾਂ ਗੁਰਬਾਣੀ ਦੀ ਜਿਹੜੀ ਵਿਚਾਰਧਾਰਾ ਜੇ ਆਪਾਂ ਇਸ ਨੂੰ ਮੰਨ ਲਈਏ, ਆਪਣੇ ਜੀਵਨ 'ਚ ਵਸਾ ਲਈਏ, ਫਿਰ ਕਿਸੇ ਚੀਜ਼ ਨਾਲ ਵੀ ਸਾਡੀ ਕੋਈ ਨਫ਼ਰਤ ਨਹੀਂ ਰਹੇਗੀ, ਜਾਂ ਕੋਈ ਚੰਗਾ ਜਾਂ ਮਾੜਾ ਸਾਡੇ 'ਤੇ ਕੋਈ ਚੀਜ਼ ਅਸਰ ਨਹੀਂ ਕਰ ਸਕਦੀ। ਪਰ ਸਾਡੀ ਵੱਡੀ ਪ੍ਰੋਬਲਮ ਕੀ ਹੈ ਕਿ ਅਸੀਂ ਸੁਣਦੇ ਵੀ ਬਹੁਤ ਹਾਂ, ਪੜ੍ਹਦੇ ਵੀ ਬਹੁਤ ਹਾਂ, ਕਮਾਉਂਦੇ ਨਹੀਂ ਹਾਂ। ਇਹਦੇ ਵਿੱਚ ਕੋਈ ਸ਼ੱਕ ਨਹੀਂ। ਤੁਸੀਂ ਦੇਖੋ ਕਿ ਜੋ ਰੱਬ ਦੀ ਰਜ਼ਾ ਵਿੱਚ ਹੋ ਰਿਹਾ ਹੈ, ਸਿੱਖ ਨੂੰ ਸਿਖਾਇਆ ਗਿਆ ਤੂੰ ਉਸ ਰਜ਼ਾ ਦੇ ਵਿੱਚ ਰਹਿਣਾ ਜੋ ਵਾਹਿਗੁਰੂ ਜੀ ਦੀ ਰਜ਼ਾ ਹੈ। ਅਤੇ ਅਸੀਂ ਕੀ ਦੇਖਦੇ ਹਾਂ ਕਿ ਜੇ ਗਰਮੀ ਜ਼ਿਆਦਾ ਹੋ ਗਈ ਤਾਂ ਬੰਦਾ ਕਹਿੰਦਾ ਇਤਨੀ ਗਰਮੀ ਹਾਏ, ਠੰਡ ਜ਼ਿਆਦਾ ਹੋ ਜਾਏ ਇਤਨੀ ਜ਼ਿਆਦਾ ਠੰਡ, ਬਰਸਾਤ ਜ਼ਿਆਦਾ ਹੋ ਜਾਏ ਇਤਨੀ ਬਰਸਾਤ ਨਾ ਹੋਵੇ ਤੇ ਕਹਿੰਦੇ ਸੁੱਕਾ ਹੀ ਮਾਰ ਦਿੱਤਾ ਹੈ ਕਿਤੇ। ਅਸੀਂ ਕਿਸੇ ਪਾਸੋਂ ਵੀ ਮਾਲਕ ਦੀ ਉਸ ਕੁਦਰਤ ਦੇ ਨਾਲ ਰਾਜ਼ੀ ਨਹੀਂ ਹਾਂ। ਤੇ ਸਿੱਖੀ ਕਹਿੰਦੀ ਹੈ ਕਿ ਪਰਮੇਸ਼ਰ ਦੀ ਰਜ਼ਾ ਵਿੱਚ ਸਿੱਖ ਜਿਹੜਾ ਉਹ ਰਾਜ਼ੀ ਰਵੇ। ਸਾਨੂੰ ਗੁਰੂ ਇਤਿਹਾਸ ਵਿੱਚੋਂ ਸਾਖੀਆਂ ਵੀ ਮਿਲਦੀਆਂ ਇਸ ਕਰਕੇ। ਗੁਰੂ ਅੰਗਦ ਦੇਵ ਜੀ ਮਹਾਰਾਜ ਦਾ ਵੇਲਾ ਹੈ, ਉਸ ਵੇਲੇ ਇਤਿਹਾਸ ਦੇ ਵਿੱਚ ਜ਼ਿਕਰ ਮਿਲਦਾ ਹੈ ਕਿ ਭਾਈ ਜੀਵਾ ਜੀ ਗੁਰੂ ਸਾਹਿਬ ਦੇ ਬੜੇ ਅਨੰਨ ਸਿੱਖ ਹੋਏ ਹਨ। ਗੁਰੂ ਅੰਗਦ ਦੇਵ ਜੀ ਮਹਾਰਾਜ ਦੀ ਬਹੁਤ ਸੇਵਾ ਕਰਦੇ ਸਨ।
हर रोज़ सवेरे ही घरों प्रसादा तैयार करना, गुरु साहब जी नूं जाके छकाना। गुरु महाराज ने बड़े प्यार नाल छकना। भाई जीवा जांदा सी, उहदी पुत्री सी बड़ी छोटी, उसदा नाम इतिहास ने बच्ची जीवाई लिखिया है। दोनों जांदे सन, बेटी नूं नाल लैके जांदा सी, आप भी जांदा सी। कई साल लंघ गए सेवा करदे करदे गुरु साहब जी दी। बिना नागे तो हर रोज़ जाके सेवा करनी। अजे तो कई बारी बाणी पढ़न नूं भी नागा कर जाते हैं। कई बार गुरुद्वारे आने तो भी कहते कोई नहीं फिर देख लांगे, जो कि गुरु साहब जी के जोड़े बचन ने, गुरु साहब जी का जोड़ा उपदेश है, वो साढ़े वास्ते कि झक्कड़ झांगी मीह बरसै पीह गुरु देखन जाई, समुंद सागर होवै बहु खारा गुरसिख लंघ गुरु पै जाई, जो प्राणी जल बिन है मरता तो सिख गुर बिन मर जाई। उस सिख ने बड़ी कमाई की, और गुरु भी कई बारी ना सिख नूं परख के वेखदा है। ठीक है, ये सेवा करता है, हर रोज़ आके सेवा करता है, कि इसकी सेवा जिहड़ी है कि सच्ची मुच्ची ये सेवा दे भावना नूं समझदा है, सेवा दे सिद्धांत नूं समझदा है। गुरु साहब जी भी ये खेडां सब आपे ही रचाइयां ने, मालिक प्रभु ने। अज बड़ी हनेरी आ गई, बरसात होण लग पई, अज चुल्हे दे विच अग बालन दा यतन कीता, अग ना बली, लकड़ां गिल्लियां हो गईयां, प्रसादा ना पका सकिया। इतिहास च लिखिया मिलदा है। हुण जदों बरसात ना हटी, हनेरी ना हटी, तो ये हुण अरदासा करन लग पिया, महाराज ये हनेरी रोको। जिवें असीं ना छोटी मोटी गल हुंदी, फटाक महाराज ये काम कर दो, जो कि वो पता नहीं कितना भला हो रहा हुंदा उसदे पिछे भी। कोई हनेरी आई है, बरसात हो रही है, गर्मी है, साल है, पता नहीं कितने जीवां दा भला हो रहा होना, क्योंकि हर एक चीज़ की उसके मालक की कुदरत विच लोड़ है। कुछ फसलां ऐसियां ने जो गर्मी आण ते ही पकदियां ने, वो पकण ही ना जे ठंड हो जाए तो। कुछ चीज़ां ऐसियां ने जो ठंड आण ते ही फसलां दे बूर आंदा है। तुसीं देखो ना, अंब नूं बूर कदों लगदा है? जदों ठंड हुंदी है, ते जदों अंब पकदा है उदों गर्मी चाहिदी है। तो रब ने कोई ना कोई तो विधान सारा बनाया ना अपनी कुदरत का, आपां तब्दील नहीं ना कर सकते इसनूं। हुण इसने अरदास की, महाराज हनेरी रुक जाए। चलो रब की कृपा हुई, गुरु की कृपा हुई, खेड़ वरती, अरदास प्रवान हुई, हनेरी रुक गई। गुरु साहब जी दे कोल जांदा है, प्रसादा पानी छका के। अज गुरु इस दे वल देखते नहीं हैं। अगे हर रोज़ वेखते सार इहदे ते बड़े प्रसन्न होंदे सन, क्योंकि ये रोज़ आने वाला सिख सी, बड़ा सेवादार सी, भावना वाला सी। अज महाराज ने इस दे वल तकिया नहीं। हुण इहदे मन विच अंदर गल उठी भी अज की गलती हो गई। सोचा भी महाराज इस पासे देख नहीं रहे होने, इस करके दूजे पासे मुख किया होना। जिस पासे मुख किया उस पासे गया, महाराज ने दूजे पासे मुख कर लिया। दूजे पासे जाता, महाराज ने सीधा मुख कर लिया। ये चारे पासे घूम गया, पर महाराज ने इस दे वल अज वेख्या नहीं। फिर असने जिहड़े कहंदे इतिहासकार लिखते हैं, जिहड़े गुरु साहब दे इस वेले दे मुखी सिख सन, उन्होंने पुछया भी महाराज नूं पुछो भी अज मेरे कोलों की गलती हुई है। कई बारी ना सानू गुरसिख ही एहसास करा देंगे साडी गलती का, पर सानू गुरसिख भी परवान नहीं जो साडी गलती का एहसास करा रहा है, क्योंकि असी अपनी मर्जी वाले हैं ना, भी असी मर्जी के अनुसार ही चलना। कोई एहसास करावे उन्होंने भी गलत करने हैं, ਉਹਦੀ फिर जाके निंदा करते हैं, फलाने ने इदां कह दिता मैनू। ये साडा सुभाव च है। गुरसिखां ने महाराज नूं पुछे भी महाराज की होया, रोज़ इतना प्यार बखदे सैं, तुसीं अज प्यार नहीं किया भाई जीवा नूं, ये बड़ा परेशान है। तो महाराज ने फिर सद के आख्या भी भाई जीवा,
ਵੀ ਗੱਲ ਇੱਦਾਂ ਹੈ, ਇਹ ਗੱਲ ਦੱਸ ਵੀ ਹਨੇਰੀ ਆ ਰਹੀ ਸੀ, ਬਰਸਾਤ ਹੋ ਰਹੀ ਸੀ, ਤਾਂ ਉਹ ਕਹਿੰਦਾ ਮਹਾਰਾਜ ਹੁਣੇ ਹੀ ਹਨੇਰੀ ਰੁਕ ਜਾਏ, ਹੁਣੇ ਹੀ ਬਰਸਾਤ ਰੁਕ ਜਾਏ, ਮੈਂ ਤੁਹਾਡਾ ਸੇਵਕ ਜੋ ਹੋਇਆ। ਤੈਨੂੰ ਪਤਾ ਹੈ ਕਿ ਇਹ ਹਨੇਰੀ ਕਿਸ ਦੇ ਹੁਕਮ 'ਚ ਚੱਲ ਰਹੀ ਹੈ, ਇਹ ਬਰਸਾਤ ਕਿਸ ਦੇ ਹੁਕਮ 'ਚ ਹੋ ਰਹੀ ਹੈ? ਇਹ ਮੇਰੇ ਅਕਾਲ ਪੁਰਖ ਵਾਹਿਗੁਰੂ ਦੇ ਹੁਕਮ 'ਚ ਹੋ ਰਹੀ ਹੈ। ਤੇ ਸਿੱਖਾ ਇਹ ਗੱਲ ਸੋਚ ਕਿ ਮੈਂ ਆਪਣੇ ਰੱਬ ਨੂੰ, ਆਪਣੇ ਖਸਮ ਨੂੰ, ਆਪਣੇ ਮਾਲਕ ਨੂੰ ਇਹ ਆਖਾਂ ਕਿ ਇਹ ਮੇਰੇ ਮਾਲਕ, ਇਹ ਜੋ ਤੂੰ ਕਰ ਰਿਹਾ ਠੀਕ ਨਹੀਂ ਕਰ ਰਿਹਾ। ਇਹ ਮੈਂ ਕਿਵੇਂ ਕਹਿ ਸਕਦਾ ਵੀ ਮੇਰਾ ਸਿੱਖ ਕੁਝ ਹੋਰ ਚਾਹੁੰਦਾ, ਤੂੰ ਕਰਦਾ ਕੁਝ ਹੋਰ ਹੈ? ਮੇਰੇ ਸਿੱਖ ਨੂੰ ਨਹੀਂ ਪ੍ਰਵਾਨ। ਮਰ ਕਹਿੰਦੇ ਮੈਂ ਇਹ ਗੱਲ ਆਪਣੇ ਰੱਬ ਨੂੰ ਨਹੀਂ ਕਹਿ ਸਕਦਾ। ਇਸ ਕਰਕੇ ਸਿੱਖ ਨੇ ਉਹੀ ਅਰਦਾਸ ਕਰਨੀ ਹੈ, ਉਹੀ ਬੇਨਤੀ ਕਰਨੀ ਹੈ ਜੋ ਬੇਨਤੀ ਜਾਇਜ਼ ਹੈ। ਇਹ ਨਹੀਂ ਕਿ ਆਪਾਂ ਉਸ ਮਾਲਕ ਦੀ ਕੁਦਰਤ ਦੇ ਵਿਰੁੱਧ ਜਾ ਕੇ ਅਰਦਾਸਾਂ ਕਰੀਏ। ਔਰ ਅਜੇ ਅਸੀਂ ਦੇਖਦੇ ਹਾਂ ਕਿ ਬਹੁਤੀ ਅਰਦਾਸਾਂ ਸਾਡੀਆਂ ਠੀਕ ਨਹੀਂ ਹਨ। ਹਾਂ, ਸਾਡੇ ਅੰਦਰ ਵਾਕਈ ਸੱਚੀ ਮੁੱਚੀ ਜੀ ਕੀ ਵਿਰਥਾ ਹੋਏ ਸੋ ਗੁਰ ਪੈ ਅਰਦਾਸ ਕਰ। ਕੋਈ ਵਿਰਥਾ ਹੈ, ਸਾਨੂੰ ਕੋਈ ਪਰੇਸ਼ਾਨੀ ਹੈ ਆਪਣੇ ਆਪ ਦੀ, ਤਾਂ ਅਰਦਾਸ ਕਰੀਏ ਨਾ। ਉਹ ਤਾਂ ਕੁਦਰਤ ਦਾ ਵਿਧਾਨ ਚੱਲ ਰਿਹਾ ਹੈ। ਵਾਹਿਗੁਰੂ ਦੀ ਕੁਦਰਤ ਦੇ ਵਿੱਚ ਸਭ ਕੁਝ ਜੋ ਵਰਤ ਰਿਹਾ ਉਹਦੇ ਨਾਲ ਸਹਿਮਤ ਹੋਣਾ ਆਪਾਂ। ਔਰ ਜਦੋਂ ਤੱਕ ਅਸੀਂ ਸਹਿਮਤ ਨਹੀਂ ਹੋਵਾਂਗੇ, ਮਾਲਕ ਦੀ ਕੁਦਰਤ ਨਾਲ ਮਿਲ ਕੇ ਨਹੀਂ ਚਲਾਂਗੇ ਗੁਰਸਿੱਖੋ, ਉਨਾ ਚਿਰ ਸਾਡਾ ਜੀਵਨ ਸਫਲਾ ਨਹੀਂ ਹੋਣਾ। ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਮੈਂ ਤੈਨੂੰ ਨਮਸਕਾਰ ਕਰਦਾ, ਮੇਰੇ ਵਾਸਤੇ ਹਨੇਰਾ ਵੀ ਤੂੰ ਆਪ ਹੈ, ਚਾਨਣ ਵੀ ਤੂੰ ਆਪ ਹੈ। ਸਿੱਖ ਲਈ ਦੁੱਖ ਵੀ ਆਪ ਹੀ ਹੈ, ਸੁੱਖ ਵੀ ਆਪ ਹੈ, ਖੁਸ਼ੀ ਗਮੀ ਸਭ ਕੁਝ ਆਪ ਹੀ ਹੈ। ਸਿੱਖ ਜੋ ਵੀ ਉਸਦੇ ਜੀਵਨ 'ਚ ਵਰਤਦਾ ਉਸਦੇ ਨਾਲ ਰਾਜੀ ਰਹਿੰਦਾ ਹੈ। ਇਹ ਮਹਾਰਾਜ ਜਿਵੇਂ ਤੂੰ ਰੱਖ ਰਿਹਾ ਮੈਨੂੰ ਪ੍ਰਵਾਨ ਹੈ, ਕਿਉਂਕਿ ਆਪੇ ਹਰ ਇੱਕ ਰੰਗ ਹੈ, ਆਪੇ ਬਹੁ ਰੰਗੀ, ਜੋ ਤਿਸ ਭਾਵੈ ਨਾਨਕਾ ਸਾਈ ਗੱਲ ਚੰਗੀ। ਜੋ ਵਾਹਿਗੁਰੂ ਨੂੰ ਭਾਉਂਦਾ ਉਹ ਗੱਲ ਚੰਗੀ ਹੈ। ਔਰ ਜੇ ਇਹ ਵਚਨ ਆਪਾਂ ਜੀਵਨ 'ਚ ਕਮਾ ਲਈਏ ਨਾ, ਤਾਂ ਕੁਛ ਵੀ ਕੁਦਰਤ ਦੇ ਵਿੱਚ ਵਰਤਦਾ ਵਰਤਾਰਾ ਉਹ ਸਾਨੂੰ ਦੁਖੀ ਨਹੀਂ ਕਰ ਸਕਦਾ, ਕਿਉਂਕਿ ਅਸੀਂ ਮਾਲਕ ਦੀ ਕੁਦਰਤ ਨਾਲ ਜੁੜ ਗਏ ਹਾਂ। ਜੋ ਕੁਦਰਤ ਵਿੱਚ ਹੋ ਰਿਹਾ ਉਸ ਨੂੰ ਆਪਾਂ ਦੂਰੋਂ ਦੇਖ ਰਹੇ ਹਾਂ ਕਿ ਮਾਲਕ ਦੀ ਕੁਦਰਤ ਵਿੱਚ ਮੇਰਾ ਮਾਲਕ ਕੀ ਕਰ ਰਿਹਾ। ਸਿੱਖ ਨੂੰ ਪ੍ਰਸੰਨ ਹੋਣਾ ਚਾਹੀਦਾ ਮਾਲਕ ਦੀ ਕੁਦਰਤ, ਜੋ ਮਾਲਕ ਦੀ ਕੁਦਰਤ ਦੇ ਵਿੱਚ ਵਰਤਾਰਾ ਵਰਤ ਰਿਹਾ। ਇਸ ਕਰਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਮੈਂ ਵੀ ਉਸ ਮਾਲਕ ਤੋਂ ਕੁਰਬਾਨ ਹਾਂ, ਮਾਲਕ ਤੋਂ ਸਦਕੇ ਹਾਂ, ਤੈਨੂੰ ਨਮਸਕਾਰ ਕਰਦਾ ਹਾਂ, ਕਿਉਂਕਿ ਕੁੱਪ ਹਨੇਰਾ ਵੀ ਤੂੰ ਆਪ ਹੀ ਹੈ ਅਤੇ ਮਹਾਨ ਚਮਕ ਵਾਲਾ ਪ੍ਰਕਾਸ਼ ਵੀ ਤੂੰ ਆਪ ਹੀ ਹੈ। ਨਮੋ ਬ੍ਰਿੰਦ ਬ੍ਰਿੰਦੇ, ਨਮੋ ਬੀਜ ਬੀਜੇ, ਤੈਨੂੰ ਨਮਸਕਾਰ ਹੈ। ਜੀਵਾਂ ਦਾ ਬੇਅੰਤ ਇਕੱਠ ਵੀ ਤੂੰ ਆਪ ਹੈ। ਬ੍ਰਿੰਦ ਬ੍ਰਿੰਦੇ, ਬੇਅੰਤ ਜੀਵਾਂ ਦਾ ਇਕੱਠ। ਨਮੋ ਬੀਜ ਬੀਜੇ, ਅਤੇ ਮਹਾਰਾਜ ਕਹਿੰਦੇ ਨੇ ਅਤ ਸੂਖਸਮ ਤੋਂ ਸੂਖਸਮ ਰੂਪ ਵੀ ਤੂੰ ਆਪ ਹੀ ਹੈ। ਭਾਵ ਕਿ ਇਹ ਦਿਸਦਾ ਬੇਅੰਤ ਜਗਤ ਵੀ ਤੇਰਾ ਹੀ ਰੂਪ ਹੈ, ਅਤੇ ਇਸ ਜਗਤ ਦਾ ਅਦ੍ਰਿਸ਼ ਸੂਖਸਮ ਰੂਪ ਵੀ ਤੂੰ ਆਪ ਹੀ ਹੈ। ਜੋ ਦਿਖਾਈ ਦੇ ਰਿਹਾ ਇਹ ਅੱਖਾਂ ਤੋਂ ਇਹ ਦ੍ਰਿਸ਼ਮਾਨ ਹੈ, ਪਰ ਇਸ ਦੇ ਅੰਦਰ ਵਰਤ ਰਿਹਾ ਅਦ੍ਰਿਸ਼ ਹੈ, ਜਿਹੜਾ ਸਾਨੂੰ ਦਿਖਾਈ ਨਹੀਂ ਦੇ ਰਿਹਾ। ਮਹਾਰਾਜ ਕਹਿੰਦੇ ਤੂੰ ਆਪ ਹੀ ਹੈ। ਦੇਖੋ ਨਾ, ਬਟਕ ਬੀਜ ਮੈਂ ਰਬ ਰਿਓ ਜਾਕੋ ਤੀਨ ਲੋਕ ਵਿਸਥਾਰ। ਇੱਕ ਤੁਸੀਂ ਦੇਖੋ ਨਾ, ਵੱਟ ਦਾ ਜਿਹੜਾ ਬੂਟਾ ਹੈ, ਵੱਟ ਦਾ ਜਿਹੜਾ ਬੂਟਾ ਹੁੰਦਾ ਹੈ ਉਹਦਾ ਬੀਜ ਬਹੁਤ ਬਰੀਕ ਹੁੰਦਾ ਹੈ, ਪਰ ਕਿੰਨਾ ਵੱਡਾ ਵਿਸਥਾਰ ਕਰ ਜਾਂਦਾ ਹੈ। ਉਹ ਛੋਟੇ ਜਿਹੇ ਬੀਜ ਵਿੱਚ ਜਿਤਨਾ ਵੱਡਾ ਵਿਸਥਾਰ ਲੁਕਿਆ ਹੋਇਆ ਹੈ। ਇਸ ਕਰਕੇ ਮਹਾਰਾਜ ਕਹਿੰਦੇ ਇਹ ਦ੍ਰਿਸ਼ਮਾਨ ਜਿਹੜਾ ਸੰਸਾਰ ਹੈ, ਦਿਸਦਾ ਹੋਇਆ ਬੇਅੰਤ ਜੀਵਾਂ ਦਾ ਇਕੱਠ, ਇਹ ਸਾਰਾ ਜਗਤ ਰੂਪ ਸੰਸਾਰ ਇਹ ਵੀ ਤੂੰ ਆਪ ਹੀ ਹੈ। ਅਤੇ ਇਸ ਜਗਤ ਦਾ ਅਦ੍ਰਿਸ਼ ਸੂਖਸਮ ਮੂਲ ਵੀ ਤੂੰ ਆਪ ਹੀ ਹੈ, ਜੋ ਅੰਦਰ ਸੂਖਸਮ ਹੈ, ਜਿਹੜਾ ਸਾਨੂੰ ਦਿਖਾਈ ਨਹੀਂ ਦੇ ਰਿਹਾ, ਜਿਸ ਦੇ ਆਸਰੇ 'ਤੇ ਇਹ ਦ੍ਰਿਸ਼ਮਾਨ ਟਿਕਿਆ ਹੋਇਆ। ਦੇਖੋ ਨਾ, ਇਤਨਾ ਵੱਡਾ ਗੁਰਦੁਆਰਾ ਨਜ਼ਰ ਆ ਰਿਹਾ, ਕਿਸੇ ਨੂੰ ਇਸ ਗੁਰਦੁਆਰੇ ਦੀ ਨੀਂਹ ਨਜ਼ਰ ਆ ਰਹੀ ਹੈ? ਪਿੱਲਰਾਂ ਦੇ ਥੱਲੇ ਕੀ ਪਾਇਆ ਉਹ ਨਜ਼ਰ ਆ ਰਿਹਾ? ਉਹ ਤਾਂ ਦਿਖਾਈ ਨਹੀਂ ਦੇ ਰਿਹਾ ਨਾ, ਬਾਕੀ ਤਾਂ ਸਾਰਾ ਕੁਝ ਦਿਖਾਈ ਦੇ ਰਿਹਾ, ਪਰ ਥੱਲੇ ਕੀ ਹੈ ਉਹ ਸਾਨੂੰ ਦਿਖਾਈ ਨਹੀਂ ਦੇ ਰਿਹਾ। ਪਰ ਇਹ ਸਾਰਾ ਖੜਾ ਕਿਹਦੀ ਬਦੌਲਤ ਹੈ? ਨੀਂਹ ਦੀ ਬਦੌਲਤ ਨਾ। ਪਿੱਲਰਾਂ ਦੇ ਥੱਲੇ ਜੋ
ਮਟੀਰੀਅਲ ਪਾਇਆ ਗਿਆ ਉਹਦੇ ਬਦੌਲਤ ਇਹ ਸਾਰਾ ਕੁਝ ਦਿਖਾਈ ਦੇ ਰਿਹਾ ਹੈ। ਨਹੀਂ ਤਾਂ ਜੇ ਨੀਂਹ ਪੱਕੀ ਨਾ ਹੋਵੇ ਤਾਂ ਮਕਾਨ ਟਿਕਦੇ ਨਹੀਂ ਹਨ। ਇਸ ਕਰਕੇ ਗੁਰੂ ਸਾਹਿਬ ਕਹਿੰਦੇ ਇਹ ਦ੍ਰਿਸ਼ਮਾਨ ਸੰਸਾਰ ਇਹ ਅਦ੍ਰਿਸ਼ ਦੇ ਸਾਰੇ ਟਿਕਿਆ ਹੋਇਆ। ਇਸ ਕਰਕੇ ਤੂੰ ਦੋਨਾਂ ਰੂਪਾਂ ਵਿੱਚ ਆਪ ਹੀ ਹੈ, ਦ੍ਰਿਸ਼ਮਾਨ ਵੀ ਆਪ ਹੀ ਹੈ, ਅਦ੍ਰਿਸ਼ ਵੀ ਤੂੰ ਆਪ ਹੈ, ਤੈਨੂੰ ਨਮਸਕਾਰ ਹੈ। ਫਿਰ ਮਾਰ ਕਹਿੰਦੇ ਨਮੋ ਰਾਜ ਸੰਤਾਂ ਸੰਸਾਂਤ ਰੂਪੇ। ਵੈਸੇ ਅਸਲ ਪਾਠ ਹੈ ਨਮੋ ਰਾਜ ਸੰਗ ਤਾਮ ਸੰਗ ਸ਼ਾਂਤ ਰੂਪੇ, ਪਰ ਲੈ ਨੂੰ ਬਰਕਰਾਰ ਰੱਖਣ ਵਾਸਤੇ ਨੂੰ ਸਿੱਧਾ ਹੀ ਪੜਿਆ ਜਾਂਦਾ ਨਮੋ ਰਾਜ ਸੰਤਾਮ ਸੰਸਾਂਤ ਰੂਪੇ। ਵੈਸੇ ਪਾਠ ਹੈ ਨਮੋ ਰਾਜ ਸੰਗ ਤਾਮ ਸੰਗ ਸ਼ਾਂਤ ਰੂਪੇ, ਪਰ ਜਿਹੜੀ ਲੈ ਹੈ ਉਸ ਨੂੰ ਆਪਾਂ ਫਿਰ ਰਾਜ ਸੰਗ ਦਾ ਅਰਥ ਹੁੰਦਾ ਰਜੋ ਗੁਣ ਦਾ ਰੂਪ, ਤਾਮ ਸੰਗ ਦਾ ਅਰਥ ਹੈ ਤਮਾ ਵਾਲਾ ਜਿਹੜਾ ਇਹ ਗੁਣ ਹੈ। ਤਿੰਨ ਗੁਣ ਨੇ ਨਾ ਪਰਮਾਤਮਾ ਦੀ ਇਸ ਮਾਇਆ ਦੇ, ਕਿਉਂਕਿ ਇਹ ਤ੍ਰਿਗੁਣੀ ਸੰਸਾਰ ਹੈ। ਤਿੰਨ ਗੁਣ ਮਿੱਥੇ ਗਏ ਨੇ ਰਜ ਤਮ ਸਤ। ਰਜ ਗੁਣ ਹੈ, ਤਮ ਗੁਣ ਹੈ, ਸਤ ਗੁਣ ਹੈ। ਇਸ ਪਰਮਾਤਮਾ ਦੀ ਮਾਇਆ ਹੈ। ਇਹ ਤਿੰਨ ਜਿਹੜੀਆਂ ਚੀਜ਼ਾਂ ਇਹ ਮਾਇਆ ਦਾ ਹੀ ਰੂਪ ਰਹਿੰਦੀਆਂ ਹਨ। ਜਦੋਂ ਆਪਾਂ ਤਿੰਨ ਗੁਣਾਂ ਵਿੱਚ ਰਹਿੰਦੇ ਨਾ, ਇਹ ਤਿੰਨੇ ਗੁਣ ਹੀ ਮਾਇਆ ਦਾ ਰੂਪ ਹਨ। ਹਾਂ, ਕੋਈ ਵਿਰਲਾ ਹੁੰਦਾ ਜਿਹੜਾ ਚੌਥੇ ਪਦ ਵਾਸਤੇ ਇਸ ਗੱਲ ਨੂੰ ਬੁੱਝ ਲੈਂਦਾ ਵੀ ਇਹਨਾਂ ਤੋਂ ਉੱਪਰ ਉੱਠ ਕੇ ਚੌਥੇ ਪਦ ਵਿੱਚ ਜੀਣਾ ਹੈ। ਇਹਨੂੰ ਥੋੜ੍ਹੇ ਇਸ ਗੱਲ ਨੂੰ ਸਮਝ ਲਈਏ। ਅਸਲ ਵਿੱਚ ਜਗਤ ਜਿਹੜਾ ਬਣਿਆ ਇਹਨਾਂ ਤਿੰਨਾਂ ਗੁਣਾਂ ਕਰਕੇ ਸੰਸਾਰ ਦੀ ਸਾਰੀ ਕਾਰ ਚੱਲ ਰਹੀ ਹੈ। ਮਾਇਆ ਦੇ ਤਿੰਨ ਗੁਣ ਇਹ ਸੰਸਾਰ ਦੀ ਕਾਰ ਚਲਾ ਰਹੇ ਨੇ। ਸਾਰੇ ਜਗਤ ਵਿੱਚ ਜੋ ਵੀ ਵਰਤਾਰਾ ਵਰਤ ਰਿਹਾ। ਇਸ ਕਰਕੇ ਸਭ ਤੋਂ ਪਹਿਲਾ ਗੁਣ ਹੈ ਰਜ ਗੁਣ। ਰਜਸ ਕੀ ਹੁੰਦਾ ਹੈ? ਉਹ ਗੁਣ ਹੈ ਜਿਸ ਦੀ ਪ੍ਰੇਰਨਾ ਨਾਲ ਜਗਤ ਦੇ ਸਾਰੇ ਜੀਵ ਉਦਮ ਵਿੱਚ ਲੱਗੇ ਪਏ ਹਨ। ਇਹਨੂੰ ਕਹਿੰਦੇ ਰਜਸ ਗੁਣ, ਜੋ ਸਾਰੇ ਆਪਣੀ ਆਪਣੀ ਡਿਊਟੀ ਨਿਭਾ ਰਹੇ ਨੇ। ਇਹ ਪ੍ਰੇਰਨਾ ਹੀ ਹੈ ਨਾ ਇਹਨਾਂ ਗੁਣਾਂ ਕਰਕੇ ਬੰਦੇ ਨੂੰ ਵੀ ਤੂੰ ਇਹ ਕੰਮ ਕਰਨਾ ਹੈ। ਪਰਮਾਤਮਾ ਨੇ ਢਿੱਡ ਲਾ ਦਿੱਤਾ ਵੀ ਰੋਟੀ ਕਮਾਣੀ ਪੈਣੀ, ਤੈਨੂੰ ਕੰਮ ਕਰਨਾ ਹੀ ਪੈਣਾ। ਕਿਸੇ ਨਾ ਕਿਸੇ ਰੂਪ 'ਚ ਆਪਾਂ ਕੰਮ ਕਰ ਰਹੇ ਹਾਂ। ਇਹਨੂੰ ਕਹਿੰਦੇ ਰਜਸ ਗੁਣ। ਕਿਉਂਕਿ ਜਿਸ ਦੀ ਪ੍ਰੇਰਨਾ ਨਾਲ ਜਗਤ ਦੇ ਸਾਰੇ ਜਿਹੜੇ ਜੀਵ ਨੇ ਉਦਮ ਵਿੱਚ ਲੱਗੇ ਹੋਏ ਨੇ। ਕੀੜੀ ਤੋਂ ਲੈ ਕੇ ਹਾਥੀ ਤੱਕ ਸਭ ਉਦਮ ਕਰ ਰਹੇ ਨੇ। ਕੋਈ ਐਸਾ ਜੀਵ ਨੇ ਜਿਹੜਾ ਉਦਮ ਨਹੀਂ ਕਰ ਰਿਹਾ। ਆਪਣੇ ਵੱਲੋਂ ਸਾਰੇ ਹੀ ਉਦਮ 'ਚ ਲੱਗੇ ਹੋਏ ਨੇ। ਇਹ ਗੁਣ ਮਨੁੱਖ ਜਾਤੀ ਵਿੱਚ ਪ੍ਰਧਾਨ ਹੈ, ਬਾਕੀ ਜੀਵਾਂ ਵਿੱਚ ਵੀ ਹੈ। ਮਨੁੱਖਾਂ ਵਿੱਚ ਜ਼ਿਆਦਾ ਹੈ, ਸਭ ਤੋਂ ਜ਼ਿਆਦਾ ਹੈ। ਕਿਉਂਕਿ ਇਸ ਗੁਣ ਦੀ ਪ੍ਰੇਰਨਾ ਨਾਲ ਅਸੀਂ ਉਦਮ ਕਰ ਰਹੇ ਹਾਂ ਵੀ ਪੈਸੇ ਜੋੜ ਰਹੇ ਹਾਂ, ਮਾਇਆ ਕਮਾ ਰਹੇ ਹਾਂ, ਪਰਿਵਾਰ ਪਾਲਣਾ ਹੈ, ਅਸੀਂ ਇਹ ਕੰਮ ਕਰਨਾ, ਅਸੀਂ ਇਹ ਕੰਮ ਕਰਨਾ। ਇਹਨੂੰ ਰਜਸ ਗੁਣ ਕਹਿੰਦੇ ਨੇ। ਇਹ ਪ੍ਰੇਰਨਾ ਕਰ ਰਿਹਾ ਸਾਨੂੰ ਅਤੇ ਅਸੀਂ ਪ੍ਰੇਰਨਾ ਦੇ ਪਿੱਛੇ ਚੱਲ ਕੇ ਕੰਮ ਕਰੀ ਜਾ ਰਹੇ ਹਾਂ। ਉਸ ਤੋਂ ਬਾਅਦ ਤਮਸ, ਕਿਉਂਕਿ ਸਾਖ ਸ਼ਾਸਤਰ ਦੇ ਅਨੁਸਾਰ ਜਗਤ ਦੀ ਰਚਨਾ ਜੋ ਤਿੰਨ ਗੁਣਾਂ ਦਾ ਮੂਲ ਕਾਰਨ ਹਨ, ਉਹਨਾਂ ਵਿੱਚੋਂ ਇੱਕ ਹੈ ਤਮਸ। ਇਸ ਦਾ ਅਰਥ ਹੈ ਹਨੇਰਾ, ਮਨ ਦਾ ਹਨੇਰਾ। ਕਿਉਂਕਿ ਅਗਿਆਨਤਾ ਵਿੱਚ ਅਸੀਂ ਬਹੁਤ ਕੁਝ ਕਰੀ ਜਾ ਰਹੇ ਹਾਂ ਜੀਵਨ ਦੇ ਵਿੱਚ। ਜਦੋਂ ਮਨ ਨੂੰ ਸੋਝੀ ਆ ਜਾਂਦੀ ਨਾ, ਕਈ ਕਰਮ ਅਸੀਂ ਆਪਣੇ ਆਪ ਛੱਡ ਦਿੰਦੇ ਹਾਂ। ਜਦ ਤੱਕ ਮਨ ਹਨੇਰੇ ਵਿੱਚ ਹੈ ਅਸੀਂ ਕਰੀ ਜਾ ਰਹੇ ਹਾਂ। ਈਰਖਾ, ਦਵੈਤ, ਮੇਰ, ਤੇਰ, ਹਉਮੈ, ਹੰਕਾਰ, ਇਹਦਾ ਬੁਰਾ ਚਿਤਵਨਾ, ਇਹ ਅਸੀਂ ਕਰੀ ਜਾ ਰਹੇ ਹਾਂ। ਪਰ ਜਦੋਂ ਮਨ ਨੂੰ ਰੋਸ਼ਨੀ ਮਿਲ ਜਾਂਦੀ ਹੈ, ਮਨ ਦਾ ਹਨੇਰਾ ਦੂਰ ਹੋ ਜਾਂਦਾ ਹੈ, ਫਿਰ ਆਪਾਂ ਇਸ ਤੋਂ ਬਚ ਜਾਂਦੇ ਹਾਂ। ਫਿਰ ਤੀਜਾ ਹੈ ਸਤਗੁਣ। ਸਾਖ ਸ਼ਾਸਤਰ ਦੇ ਅਨੁਸਾਰ ਇਹ ਜਗਤ ਮਾਇਆ ਦਾ ਤਿੰਨਾਂ ਗੁਣਾਂ ਵਿੱਚੋਂ ਤੀਜਾ ਗੁਣ ਜਿਹੜਾ ਹੈ ਉਹ ਹੈ ਸਤਗੁਣ। ਸਤਗੁਣ ਦਾ ਅਰਥ ਹੁੰਦਾ ਭਲਾਈ ਜਾਂ ਪਵਿੱਤਰਤਾ, ਜਿਹਨੂੰ ਮਹਾਰਾਜ ਆਖਦੇ ਨੇ ਸਤੀਆਂ ਮਨ ਸੰਤੋਖ ਉਪਜੈ, ਦੇਨੈ ਕੈ ਵਿਚਾਰ, ਦੇ ਦੇ ਮੰਗੈ ਸੈਸਾ ਗੁਣਾ, ਸੋਭ ਕਰੇ ਸੰਸਾਰ। ਇਹ ਤਿੰਨ ਗੁਣ ਨੇ ਮਾਇਆ ਦੇ ਜਿਹੜੇ ਕਿ ਸੰਸਾਰ ਨੂੰ ਚਲਾ ਰਹੇ ਨੇ। ਕਈ ਵਾਰੀ ਅਸੀਂ ਭਲਾਈ ਕਰਦੇ ਹਾਂ, ਕਿਸ ਵਾਸਤੇ ਕਰਦੇ ਹਾਂ? ਸਾਡਾ ਨਾਮ ਹੋਵੇ, ਅਤੇ ਇਹ ਵੀ ਮਾਇਆ ਦਾ ਰੂਪ ਹੈ। ਬਹੁਤੇ ਕੰਮ ਅਸੀਂ ਨਾ ਚਾਹੁੰਦੇ ਹੋਏ ਵੀ ਕਰਦੇ ਹਾਂ, ਜਦੋਂ ਲੱਗਦਾ ਵੀ ਇਹ ਭਲਾਈ ਦਾ ਕੰਮ ਕਰਨਾ।
ਜਾਂ ਅਸੀਂ ਦੂਜੇ ਨੂੰ ਵੇਖਦੇ ਹਾਂ ਵੀ ਉਸਦਾ ਨਾਮ ਤੇ ਬੁਲਿਆ ਸੀ, ਮੇਰਾ ਨਹੀਂ ਬੁਲਿਆ, उसकी अरदास हो गई, मेरी होई नहीं, तो मेरी भी होनी चाहिए है। तो ये तीन गुण ने माया दे जिहड़े कि बंदे नूं प्रेरणा देंदे रहिंदे हन। भावें तीजे गुण नूं तिन्नां विचों उत्तम मन्निया गया, उच्चा मन्निया गया सतगुण नूं, क्योंकि इहदे विच परोपकार दे काम जुड़े हुए ने, भले दे काम जुड़े हुए ने। पर भले दे पिछे भी यह है कि मनुख नूं मन विच देख के सैकड़ा गुणा चाहिए, फिर नाल सोभा ते वडियाई भी चाहिए भी मैं चंगे काम करदा, मैं भले काम करदा, पता लगे ना भी मैं भले काम कीते ने लोकां दे विच। इस करके महाराज जी कहंदे ने, हे मेरे प्रभु तैनूं नमस्कार है, क्योंकि जगत रचना दे तीन गुण रजस तमस ते सतव जिहड़े गुण ने तूं आप ही बनाए ने, तैतों ही बने हन। नाल कहण लगे शांत रूपे पाओ कि तू पर इन्हां तो उपर है, ये सारे तेरे विचों तेरा ही रूप ने, सारे तेथों ही बने हैं। पर तू नमो परम तत्तं अतत्तं स्वरूपे, मार कहने तू परम आत्मा है, ते तेरा स्वरूप जगत रचना दे इन्हां तिन्नां गुणां तो उपराम है। पाओ तिन्नां गुणां तो नहीं बनया, तू राजस तामस सातक तो नहीं बनया, तू इन्हां तिन्नां गुणां तो उपराम है। तेरा उत्ते इन्हां दा कोई प्रभाव नहीं, ना तू इन्हां तो बनया। हाँ ये सारे तेरे अधीन ने, तू इन्हां दे अधीन ने, इस तरह कह लईए। इस करके महाराज कहने तैनूं नमस्कार है। नमो जोग जोगे, नमो ज्ञान ज्ञाने। महाराज कहते ने जोग जोगे दा अर्थ जोग दा जोग, आओ कि सब तो कठिन जोग भी तू आप ही है, तैनूं नमस्कार है। नमो ज्ञान ज्ञाने, ते महाराज सच्चे पातशाह कहते ने तू उच्चा ज्ञान का रूप भी है, तू आप ही है, सब तो उच्चा ज्ञान तू आप ही है। इस करके तैनूं नमस्कार है। क्योंकि जिस ज्ञान के आसरे संसार चलता है, एक ज्ञान ही है ना भी आपां किहड़े काम करने ने, किहड़े नहीं करने, किद्दां रहना किद्दां नहीं रहना, एक ज्ञान है। वो ज्ञान सानूं गुरु ग्रंथ साहिब दे विचों मिलदा है, बाणी विचों मिलदा है। और इस दे विचों संसार दे विच जिहड़ा ज्ञान साडे कोल है ना, ये परिवार चों कुछ मिलिया, कुछ स्कूल गए उत्थे गए, समाज विचों कुछ सिक्ख्या, गुरु दे दर ते आए इत्थे आके सिक्ख्या। बहुत सारिया चीज़ां असीं सीखना चाहुंदे, सिखदे नहीं हैं, जब बहुत सारिया चीज़ां दा पता भी चल गया, जीवन च लागू नहीं करते, अप्लाई नहीं करते। सानूं कई बार पता हुंदा भी ये काम नहीं करना चाहिए, बार बार वही काम कर रहे हैं, फिर दुखी हो रहे हैं। पता चल गया भी ये काम नहीं करना चाहिए, इस काम नूं करके मैं दुखी होना है, किनूं माड़ा बोलदा तां मैं दुखी होना है, कोई माड़ा काम करदा तां दुखी होना है, पर असीं फिर करी जा रहे हैं। इस कर गुरु पिता महाराज आखदे ने भी तू असल दे अंदर सब तो कठिन तप करन वाला आप है, कठिन जोग तू आप ही है। तैनूं नमस्कार है, सब तो कठिन जोग, सब तो उच्चा ज्ञान तू ही है। फिर कहते नमो मंत्र मंत्रे, नमो ध्यान ध्याने, तू महामंत्र है, तू सब तो डूंगी समाधि वाला है। नमो ध्यान ध्यान, ध्यान का अर्थ डूंगी समाधि। पाओ तेरा नाम ही साडे लई कठिन तप है, ज्ञान है, मंत्र है ते समाधि है। ते तैनूं नमस्कार इस करके, साडे वास्ते तेरा नाम ही सब कुछ है, इस करके तैनूं नमस्कार करदे। महाराज कहण लगे फिर मैं कहना नमो युद्ध युद्धे, नमो ज्ञान ज्ञाने। युद्ध का अर्थ होंदा जंग लड़ाई। आओ कि महाराज कहने तैनूं नमस्कार है, तू ही वैरियां नूं युद्ध विच जितन वाला है। नमो ज्ञान ज्ञाने, तू आप ही है जो सब तो श्रेष्ठ ज्ञान है। नमो भोज भोजे, सब जीवां दी खुराक तू तेरे हथ विच ही है। नमो पान पाने, सदा तेरे ही अधीन है। पान पाने का अर्थ जो विद्वान ने किया, जिसके हथ विच जीवां का आहार होवे। पान का अर्थ होंदा हथ, भोज का अर्थ है भोजन। आहो महाराज कहते ने हे अकाल पुरख, सब जीवां की खुराक सदा तेरे हथ है, सदा तेरे ही अधीन है, इस करके तैनूं मेरी नमस्कार है। ये गल जीवन च याद रखना। रब देना चाहे, सारा संसार खोण का यतन करे, रब हसदा है। एक बार उच्चारण करो सतनाम। रब दो बारी हसदा है,
ਜਦੋਂ ਰੱਬ ਦੇਣਾ ਚਾਹੇ ਸਾਰਾ ਸੰਸਾਰ ਰੋਕਣ ਦਾ ਯਤਨ ਕਰੇ ਤਾਂ ਰੱਬ ਹੱਸਦਾ ਹੈ। ਜਦੋਂ ਰੱਬ ਖੋਣਾ ਚਾਹੇ ਸੰਸਾਰ ਦੇਣਾ ਚਾਹੇ ਰੱਬ ਤਾਂ ਵੀ ਹੱਸਦਾ ਹੈ। ਰੱਬ ਦੋ ਵਾਰੀ ਹੱਸਦਾ ਬੰਦੇ ਦੇ ਉੱਤੇ। ਇੱਕ ਜਦੋਂ ਰੱਬ ਦੇਣਾ ਚਾਹੇ ਤੇ ਸੰਸਾਰ ਖੋਣਾ ਚਾਹੇ, ਇਸ ਨੂੰ ਕੁਛ ਨਹੀਂ ਮਿਲਣਾ ਚਾਹੀਦਾ, ਰੱਬ ਤਾਂ ਹੱਸਦਾ ਵੀ ਕਿਤਨੇ ਮੂਰਖ ਨੇ, ਇਹ ਮੈਂ ਦੇਣਾ ਚਾਹ ਰਿਹਾ, ਇਹ ਰੋਕਣ ਦਾ ਯਤਨ ਕਰ ਰਹੇ ਨੇ, ਇਹ ਕੌਣ ਇਹਨੇ ਰੋਕਣ ਵਾਲੇ। ਇਹਨੂੰ ਮਾਰ ਕਹਿੰਦੇ ਜਾਂ ਤੂੰ ਮੇਰੇ ਬਲ ਹੈ ਤਾਂ ਕਿਆ ਮੁਛੰਦਾ ਤੂੰ ਸਭ ਕੁਛ ਮੈਨੂੰ ਸੌਂਪਿਆ, ਜਾਂ ਲਖਮੀ ਤੋੜ ਨਾ ਆਵੇ ਖਾਏ। ਜੇ ਰੱਬ ਦੇਣ ਵਾਲਾ ਹੋਵੇ ਤੇ ਕੋਈ ਰੋਕਣ ਦਾ ਯਤਨ ਕਰੇ ਤੇ ਰੱਬ ਉਸ ਮੂਰਖ ਦੇ ਉੱਤੇ ਹੱਸਦਾ ਹੈ। ਤੇ ਰੱਬ ਜਦੋਂ ਖੋਣਾ ਚਾਹੇ ਤੇ ਕੋਈ ਦੇਣ ਦਾ ਯਤਨ ਕਰੇ, ਮਾਫ ਕਰਨਾ, ਰੱਬ ਤਾਂ ਵੀ ਹੱਸਦਾ ਵੀ ਮੈਂ ਖੋ ਰਿਹਾ ਹਾਂ ਤੇ ਸੰਸਾਰ ਦੇ ਰਿਹਾ ਹੈ, ਰੱਬ ਤਾਂ ਵੀ ਹੱਸਦਾ ਹੈ। ਦੋ ਵਾਰੀ ਵਿਦਵਾਨ ਕਹਿੰਦੇ ਨੇ, ਗੁਰਬਾਣੀ ਕਹਿੰਦੀ ਰੱਬ ਹੱਸਦਾ ਹੈ। ਜਦੋਂ ਕੋਈ ਨੂੰ ਦੇਣਾ ਚਾਹੇ, ਕੋਈ ਖੋਣ ਦਾ ਯਤਨ ਕਰੇ ਤਾਂ ਵੀ ਹੱਸਦਾ ਹੈ। ਜਦੋਂ ਉਹ ਖੋਣਾ ਚਾਹੇ, ਸਾਰਾ ਸੰਸਾਰ ਕਹੇ ਅਸੀਂ ਘਰ ਭਰ ਦੇਣਾ ਹੱਸਦਾ, ਤੇ ਰੱਬ ਨਹੀਂ ਚਾਹੇਗਾ ਤੇ ਕੋਈ ਕਿਦਾ ਘਰ ਨਹੀਂ ਭਰ ਸਕਦਾ, ਜਿੰਨਾ ਮਰਜ਼ੀ ਕੋਈ ਯਤਨ ਕਰ ਲਵੇ। ਇਸ ਕਰਕੇ ਮਹਾਰਾਜ ਕਹਿੰਦੇ ਤੈਨੂੰ ਨਮਸਕਾਰ ਹੈ ਮਾਲਕ ਜੀ। ਕਿਉਂ? ਕਿਉਂਕਿ ਸਾਰਿਆਂ ਨੂੰ ਭੋਜਨ ਦੇਣ ਵਾਲਾ, ਖੁਰਾਕ ਦੇਣ ਵਾਲਾ ਤੂੰ ਆਪ ਹੀ ਹੈ, ਤੇਰੇ ਹੱਥ ਵਿੱਚ ਹੀ ਹੈ ਤੇ ਇਹ ਸਭ ਤੇਰੇ ਅਧੀਨ ਹੀ ਹੈ ਸਾਰਾ ਕੁਝ। ਇਸ ਕਰਕੇ ਨਮਸਕਾਰ ਹੈ। ਨਮੋ ਕਲਹ ਕਰਤਾ ਨਮੋ ਸ਼ਾਂਤ ਰੂਪੇ। ਤੂੰ ਜਗਤ ਵਿੱਚ ਝਗੜੇ ਪੈਦਾ ਕਰਨ ਵਾਲਾ ਵੀ ਆਪ ਹੈ ਤੇ ਸ਼ਾਂਤੀ ਸਰੂਪ ਵੀ ਆਪ ਹੈ। ਨਮੋ ਸ਼ਾਂਤ ਰੂਪੇ। ਤੁਸੀਂ ਆਖੋਗੇ ਵੀ ਇਹ ਕੀ ਗੱਲ ਹੋਈ? ਠੰਡ ਵਰਤਾਉਣ ਵਾਲਾ ਵੀ ਆਪ, ਝਗੜੇ ਵੀ ਆਪ ਪੈਦਾ, ਕਿਉਂਕਿ ਪੰਜ ਤੱਤ ਪਰਮਾਤਮਾ ਨੇ ਪੈਦਾ ਕੀਤੇ। ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹ ਵੀ ਪਰਮਾਤਮਾ ਨੇ ਪੈਦਾ ਕੀਤੇ। ਤੇ ਸਤ ਸੰਤੋਖ ਦਇਆ ਧਰਮ ਇਹ ਵੀ ਰੱਬੀ ਗੁਣ ਰੱਬ ਨੇ ਪੈਦਾ ਕੀਤੇ। ਗੁਰਬਾਣੀ ਦੇ ਅਨੁਸਾਰ ਜਦੋਂ ਆਪਾਂ ਗੁਰੂ ਹਜ਼ੂਰੀ 'ਚ ਆ ਜਾਂਦੇ ਹਾਂ ਨਾ, ਤੇ ਸਾਨੂੰ ਗੁਰੂ ਸਾਹਿਬ ਸਿੱਖਿਆ ਦੇ ਦਿੰਦੇ ਹਨ, ਪਰਮਾਤਮਾ ਨੇ ਤਾਂ ਪੰਜ ਚੋਰ ਜੀਓ ਸਾਥਾ, ਪੰਜ ਚੋਰ ਦੇ ਕੇ ਸੰਸਾਰ ਵਿੱਚ ਭੇਜ ਦਿੱਤਾ। ਕਾਮ ਕ੍ਰੋਧ ਲੋਭ ਮੋਹ ਹੰਕਾਰ, ਇਹਨਾਂ ਪੰਜ ਚੋਰਾਂ ਨੇ ਸਾਡਾ ਸਭ ਕੁਝ ਖੋਹ ਲੈਣਾ ਤੇ ਸਾਡੇ ਝਗੜੇ ਕਰਾਣੇ ਨੇ। ਤੇ ਜਿਹੜਾ ਗੁਰੂ ਸਾਹਿਬ ਦੀ ਸ਼ਰਨ 'ਚ ਆ ਜਾਂਦਾ ਹੈ, ਤੇ ਮਹਾਰਾਜ ਕਹਿੰਦੇ ਨੇ ਉਹ ਗੁਰੂ ਸਾਹਿਬ ਦੀ ਸ਼ਰਨ ਵਿੱਚ ਆਇਆ ਬੰਦਾ, ਗੁਰੂ ਉਹਨਾਂ ਪੰਜ ਚੋਰਾਂ ਤੋਂ ਬਚਾ ਲੈਂਦਾ। ਉਹਨਾਂ ਨੂੰ ਸਤ ਸੰਤੋਖ ਦਇਆ ਧਰਮ ਖਿਮਾ ਦੀ ਜਾਚ ਸਿਖਾ ਦਿੰਦਾ ਵੀ ਇਹ ਤੇਰੇ ਕੋਲ ਹੋਣੇ ਚਾਹੀਦੇ ਨੇ। ਸਾਨੂੰ ਤਾਂ ਅਰਦਾਸ ਕਰਨ ਦੀ ਵੀ ਗੁਰੂ ਪਿਤਾ ਨੇ ਜਾਚ ਸਿਖਾਈ। ਮਹਾਰਾਜ ਕਹਿੰਦੇ ਜਦੋਂ ਗੁਰੂ ਦਰ 'ਤੇ ਆਵੇਂ ਨਾ, ਖੜ ਕੇ ਜਿੱਥੇ ਵੀ ਉੱਠੇ ਬੈਠੇ, ਮਹਾਰਾਜ ਨੂੰ ਆਖਿਆ ਕਰ ਕਾਮ ਕ੍ਰੋਧ ਲੋਭ ਝੂਠ ਨਿੰਦਾ ਇਨ ਤੇ ਆਪ ਛਡਾਵੋ, ਇਹ ਭੀਤਰ ਤੇ ਇਨ ਕੋ ਡਾਰੋ, ਆਪਨ ਨਿਕਟ ਬੁਲਾਵੋ। ਮਹਾਰਾਜ ਇਹਨਾਂ ਤੋਂ ਮੈਨੂੰ ਬਚਾ ਲੈ, ਕਿਉਂਕਿ ਇਹ ਹੋਣਗੇ ਤੇ ਝਗੜਾ ਹੋਣਾ ਹੀ ਹੈ। ਜਦੋਂ ਗੁਰੂ ਦੀ ਹਜ਼ੂਰੀ 'ਚ ਆ ਕੇ ਗੁਰੂ ਨੇ ਸਾਨੂੰ ਸੁਚੇਤ ਕਰ ਦਿੱਤਾ ਵੀ ਇਹ ਪੰਜ ਝਗੜਾ ਕਰਾਉਂਦੇ ਨੇ। ਅਵਰ ਪੰਚ ਹਮ ਏਕ ਜਨਾ ਕਿਉ ਰਾਖੈ ਘਰ ਬਾਰ ਮਨਾ, ਮਾਰੈ ਲੁੱਟੈ ਨਿਤ ਨੀਤ ਨੀਤ ਕਿਸ ਆਗੈ ਕਰੀ ਪੁਕਾਰ ਜਨਾ। ਗੁਰੂ ਕੀ ਕਹਿੰਦਾ ਹੈ? ਕਹਿੰਦਾ ਸਿਖਾ ਜੇ ਆਇਆ ਤੇ ਫਿਰ ਇੱਕ ਕੰਮ ਕਰ, ਸ੍ਰੀ ਰਾਮ ਨਾਮਾ ਉਚਰ ਮਨਾ, ਆਗੈ ਜਮ ਦਲ ਵਿਖਮ ਘਣਾ। ਅੱਗੇ ਜਮਾਂ ਦਾ ਦਲ ਹੈ, ਬਚ ਜਾਏਗਾ। ਇਹ ਲੁੱਟ ਲੈਣਗੇ ਤੈਨੂੰ ਜੀਵਨ ਵਿੱਚੋਂ, ਤੇਰਾ ਸਰਮਾਇਆ ਖੋਹ ਲੈਣਗੇ। ਇਸ ਦੇਹੀ ਮੈਂ ਪੰਜ ਚੋਰ ਵਸੈ, ਕਾਮ ਕ੍ਰੋਧ ਲੋਭ ਮੋਹ ਹੰਕਾਰਾ। ਰੱਬ ਨੇ ਇਹ ਪੰਜ ਚੋਰ ਪਾ ਦਿੱਤੇ, ਇਹ ਸਭ ਕੁਝ ਲੁੱਟੀ ਜਾਂਦੇ ਨੇ। ਅੰਮ੍ਰਿਤ ਲੁੱਟੈ ਮਨਮੁਖ ਨਹੀਂ ਬੂਝੈ, ਕੋਈ ਨਾ ਸੁਣੈ ਪੁਕਾਰਾ। ਜਦੋਂ ਅੰਮ੍ਰਿਤ ਲੁੱਟੇ ਜਾਏਗਾ ਨਾ ਸਾਡੇ ਜੀਵਨ 'ਚੋਂ, ਸ਼ੁਭ ਗੁਣ ਲੁੱਟੇ ਜਾਣਗੇ, ਅਵਗੁਣ ਪੈਦਾ ਹੋ ਜਾਣਗੇ, ਅਸੀਂ ਝਗੜਾਲੂ ਹੋ ਜਾਵਾਂਗੇ। ਝਗੜੇ ਕਿਉਂ ਹੁੰਦੇ ਪਤਾ? ਕਾਮ ਵਾਸਨਾ ਹਾਵੀ ਹੈ, ਕੋਈ ਰੁਕਾਵਟ ਬਣੇ ਕ੍ਰੋਧ ਆਂਦਾ ਉਸ ਦੇ ਉੱਤੇ। ਇਸ ਕਰਕੇ ਝਗੜੇ ਹੁੰਦੇ ਸਮਾਜ ਦੇ ਅੰਦਰ। ਅਹੰਕਾਰ ਹਾਵੀ ਹੈ, ਹੰਕਾਰ ਦੇ ਵਿੱਚ ਕੋਈ ਸੱਟ ਮਾਰੇ ਉਹਦੇ ਉੱਤੇ ਕ੍ਰੋਧ ਆਉਂਦਾ, ਫਿਰ ਝਗੜਾ ਹੁੰਦਾ। ਕਿਉਂ ਕਿਹਾ? ਗੁਰੂ ਸਾਹਿਬ ਨੇ ਸੈਸਕ੍ਰਿਤੀ ਬਾਣੀ ਪੜ੍ਹ ਕੇ ਵੇਖੋ। ਮਹਾਰਾਜ ਕਹਿੰਦੇ ਨੇ ਇਹ ਕ੍ਰੋਧ ਬੜਾ ਭਿਅੰਕਰ ਹੈ। ਹਾਲ ਤਾਂ ਉੱਥੇ ਪੰਜੇ ਹੀ ਇਹ ਦੱਸੇ ਨੇ, ਹੇ ਕਾਮੰ ਨਰਕ ਵਿਸਰਾਮੰ, ਹੇ ਲੋਭੰ, ਹੇ ਕ੍ਰੋਧੰ, ਹੇ ਮੋਹੰ, ਹੇ ਹੰਕਾਰੰ। ਸਾਰੀ ਚੀਜ਼ਾਂ ਦਾ ਉੱਥੇ ਗੁਰੂ ਸਾਹਿਬ ਨੇ ਵਰਣਨ ਕੀਤਾ ਸੈਸਕ੍ਰਿਤੀ ਵਿੱਚ।
ਕਦੀ ਪੜ੍ਹ ਕੇ ਵਿਚਾਰ ਕਰਕੇ ਵੇਖਣਾ। ਗੁਰੂ ਪਿਤਾ ਕਹਿੰਦੇ ਇਹ ਸਾਰੇ ਇਹ ਜੀਵਨ ਨੂੰ ਤਬਾਹ ਕਰਨ ਵਾਲੇ ਹਨ। ਕਿਉਂਕਿ ਜਦੋਂ ਇਹ ਹਾਵੀ ਹੋ ਜਾਂਦੇ ਸਾਡੇ ਉੱਤੇ ਫਿਰ ਝਗੜਾ ਹੋ ਜਾਂਦਾ। ਇਸ ਕਰਕੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਕੋਈ ਆਉਂਦਾ ਹੈ, ਗੁਰੂ ਸਾਹਿਬ ਦੇ ਜੀਵਨ ਨੂੰ ਕੱਢ ਦਿੰਦੇ ਨੇ। ਜਨ ਨਾਨਕ ਸਤਿਗੁਰੂ ਮੇਲੇ ਆਪੇ, ਹਰ ਆਪੇ ਝਗੜ ਚੁਕਾਵੇ। ਝਗੜੇ ਦੂਰ ਕਰ ਦਿੰਦਾ ਜੀਵਨ 'ਚੋਂ। ਮੈਨੂੰ ਇਸ ਤਰ੍ਹਾਂ ਵੀ ਕਹਿੰਦਾ ਹਾਂ ਕਿ ਮੇਰੇ ਮਾਲਕ ਨੇ ਦੋ ਚੀਜ਼ਾਂ ਪੈਦਾ ਕੀਤੀਆਂ, ਵਿਖ ਅੰਮ੍ਰਿਤ ਸੰਸਾਰ ਉਪਾਏ, ਸੰਸਾਰ ਵਿਰਖ ਕੋ ਦੋਏ ਫਲ ਲਾਏ। ਵਿਖ ਤੇ ਅੰਮ੍ਰਿਤ ਪੈਦਾ ਕੀਤਾ। ਜੇ ਅਸੀਂ ਵਿਖ ਨਾਲ ਜੁੜੇ ਰਹੇ ਤੇ ਝਗੜੇ ਹੋਣਗੇ, ਅੰਮ੍ਰਿਤ ਨਾਲ ਜੁੜ ਗਏ ਤੇ ਝਗੜਾਂ ਤੋਂ ਬਚ ਜਾਵਾਂਗੇ। ਪਰ ਸਾਨੂੰ ਸੋਝੀ ਨਹੀਂ, ਵਿਖ ਸਾਨੂੰ ਪਿਆਰਾ ਲੱਗਦਾ ਹੈ, ਅੰਮ੍ਰਿਤ ਕੋੜਾ ਵਿਖਿਆ ਮਿੱਠੀ। ਗੁਰੂ ਕੋਲ ਆਵਾਂਗੇ, ਗੁਰੂ ਨੇ ਜਾਚ ਸਿਖਾ ਦੇਣੀ ਕਿ ਇਹ ਵਿਖ ਹੈ, ਇਹ ਅੰਮ੍ਰਿਤ ਹੈ। ਸਿੱਖ ਨੇ ਗੁਰੂ ਕੋਲ ਇਸ ਕਰਕੇ ਆਉਣਾ ਹੈ। ਮਹਾਰਾਜ ਕਹਿੰਦੇ ਮੇਰੇ ਪ੍ਰਭੂ ਤੈਨੂੰ ਨਮਸਕਾਰ ਹੈ, ਤੂੰ ਜਗਤ ਵਿੱਚ ਝਗੜੇ ਪੈਦਾ ਕਰਨ ਵਾਲਾ ਵੀ ਆਪ, ਸ਼ਾਂਤੀ ਸਰੂਪ ਵੀ ਆਪ ਹੀ ਹੈ, ਪਾਉ ਠੰਡ ਵਰਤਾਲ ਵਾਲਾ ਵੀ ਆਪ ਹੈ। ਨਮੋ ਇੰਦਰ ਇੰਦਰੇ ਅਨਾਦੰਗ ਵਿਭੂਤੇ, ਤੂੰ ਦੇਵਤਿਆਂ ਦੇ ਰਾਜਾ ਦਾ ਵੀ ਰਾਜਾ ਹੈ। ਤੇ ਆਖਣ ਲੱਗੇ ਅਨਾਦੰਗ ਵਿਭੂਤੇ, ਤੇਰਾ ਤੇਜ ਪ੍ਰਤਾਪ ਦਾ ਮੁੱਢ ਨਹੀਂ ਲੱਭਿਆ ਜਾ ਸਕਦਾ। ਵਿਭੂਤੇ ਦਾ ਅਰਥ ਹੈ ਪਰਮਾਤਮਾ ਦਾ ਤੇਜ ਪ੍ਰਤਾਪ। ਉਹਦਾ ਅਨਾਦ ਦਾ ਅਰਥ ਹੈ ਅੰਨ ਪਲਸ ਆਦ, ਉਹਦਾ ਮੁੱਢ ਨਹੀਂ ਲੱਭਿਆ ਜਾ ਸਕਦਾ। ਫਿਰ ਲਾਸਟ ਪਦੇ ਵਿੱਚ ਕਹਿ ਰਹੇ ਨੇ ਕਲੰਕਾਰ ਰੂਪੇ ਅਲੰਕਾਰ ਅਲੰਕੇ, ਹੇ ਪ੍ਰਭੂ ਤੈਨੂੰ ਸਾਡੀ ਨਮਸਕਾਰ ਹੈ। ਤੇਰਾ ਸਰੂਪ ਐਸਾ ਹੈ ਜਿਸ ਵਿੱਚ ਕੋਈ ਐਬ ਨਹੀਂ ਹੈ। ਕਲੰਕਾਰ ਰੂਪੇ ਪਾਓ ਕਿ ਕਲੰਕ ਪਲਸ ਅਰ, ਕਲੰਕਾਂ ਦਾ ਵੈਰੀ ਜਿਸ ਦੇ ਵਿੱਚ ਕੋਈ ਐਬ ਨਹੀਂ। ਇੱਕ ਅਕਾਲ ਪੁਰਖ ਜਿਸ ਦੇ ਵਿੱਚ ਕੋਈ ਖਾਮੀ ਨਹੀਂ, ਕੋਈ ਐਬ ਨਹੀਂ। ਸਾਡੇ ਵਿੱਚ ਸਾਰਿਆਂ 'ਚ ਕੋਈ ਨਾ ਕੋਈ ਖਾਮੀ ਹੋਏਗੀ, ਗਲਤੀ ਹੋਏਗੀ, ਐਬ ਹੋਏਗਾ। ਸਾਡੇ ਜੀਵਨ 'ਚ ਕੋਈ ਨਾ ਕੋਈ ਅਵਗੁਣ ਜ਼ਰੂਰ ਹੋਏਗਾ। ਇੱਕ ਰੱਬ ਜਿਸ ਦੇ ਵਿੱਚ ਕੋਈ ਅਵਗੁਣ ਨਹੀਂ ਹੈ। ਮਹਾਰਾਜ ਕਹਿੰਦੇ ਤੂੰ ਸਾਰੇ ਐਬਾਂ ਤੋਂ ਰਹਿਤ ਹੈ ਤੇ ਅਲੰਕਾਰ ਅਲੰਕੇ, ਸੁੰਦਰ ਵਿਅਕਤੀਆਂ ਨੂੰ ਸੁੰਦਰਤਾ ਦੇਣ ਵਾਲਾ ਹੈ, ਤੂੰ ਸੁੰਦਰ ਗਹਿਣਾ ਹੈ। ਨਮੋ ਆਸੇ ਆਸੇ ਨਮੋ ਬਾਂਕ ਬੰਕੇ, ਮਹਾਰਾਜ ਕਹਿੰਦੇ ਜੀਵਾਂ ਦੀਆਂ ਆਸਾਂ ਦਾ ਆਸਰਾ ਵੀ ਤੂੰ ਹੀ ਹੈ। ਜਿਹੜੀ ਆਸਾ ਅਸੀਂ ਰੱਖਦੇ ਕੋਈ ਪੂਰੀ ਕਰ ਸਕਦਾ ਤਾਂ ਉਹ ਅਕਾਲ ਪੁਰਖ ਹੀ ਹੈ। ਇੱਕ ਵਾਰੀ ਉਚਾਰਨ ਕਰੋ ਸਤਨਾਮ। ਇਸ ਕਰਕੇ ਮਹਾਰਾਜ ਕਹਿੰਦੇ ਤੁਮਰੀ ਸਰਨ ਤੁਮਾਰੀ ਆਸਾ ਤੁਮ ਹੀ ਸੱਜਣ ਸੁਹੇਲੇ, ਰਾਖੋ ਰਾਖਣ ਹਾਰ ਦਿਆਲਾ ਨਾਨਕ ਕਰਕੇ ਗੋਲੇ। ਇਸ ਕਰਕੇ ਮੈਂ ਕਹਿੰਦਾ ਆਸਾ ਕਰੀਏ ਰਾਮ ਕੀ, ਉਸ ਦੀ ਆਸ ਕਰ ਤੇ ਉਹਦੇ ਭਰੋਸੇ ਰਹਿ। ਸਿੱਖ ਆਸ ਹੀ ਰੱਬ ਕੋਲੋਂ ਲੈ ਕੇ ਜਾਂਦਾ ਹੈ ਔਰ ਰੱਬ ਕੋਲੋਂ ਹੀ ਪੂਰੀ ਕਰਾਉਂਦਾ। ਉਹ ਕਿਸੇ ਹੋਰ ਪਾਸੇ ਨਹੀਂ ਭੱਜਾ ਫਿਰਦਾ। ਉਹ ਤਾਂ ਰੱਬ ਨੂੰ ਕਹਿੰਦਾ ਮਹਾਰਾਜ ਤੇਰੀ ਇੱਛਾ ਜਿਵੇਂ ਤੂੰ ਰੱਖੇ ਮੈਂ ਮਨਜ਼ੂਰ ਹਾਂ। ਇਸ ਕਰਕੇ ਮਹਾਰਾਜ ਕਹਿੰਦੇ ਨਮੋ ਆਸ ਆਸੇ, ਜੀਵਾਂ ਦੀਆਂ ਆਸਾਵਾਂ ਪੂਰੀਆਂ ਕਰਨ ਵਾਲਾ। ਨਮੋ ਬਾਂਕ ਬੰਕੇ, ਬਾਂਗ ਦਾ ਅਰਥ ਹੈ ਤੂੰ ਸਭ ਤੋਂ ਸੋਹਣਾ ਹੈ। ਮਹਾਰਾਜ ਕਹਿੰਦੇ ਤੂੰ ਸਭ ਤੋਂ ਸੁੰਦਰ ਹੈ। ਬਾਂਕਿਆਂ ਦਾ ਬੰਕਾ ਪਾਉ ਸਭ ਤੋਂ ਸੋਹਣਾ ਹੈ, ਤੈਨੂੰ ਨਮਸਕਾਰ ਹੈ। ਅਪੰਗੀ ਸਰੂਪੇ ਅਨੰਗੀ ਅਨਾਮੇ, ਤੇਰਾ ਵਜੂਦ ਨਾਸ ਰਹਿਤ ਹੈ, ਭੰਗ ਨਹੀਂ ਹੁੰਦਾ। ਅਨੰਗੀ ਅਨਾਮੇ ਤੇ ਮਹਾਰਾਜ ਕਹਿੰਦੇ ਅੰਗ ਰਹਿਤ ਹੈ। ਅਨਾਮੇ ਦਾ ਅਰਥ ਹੈ ਹੇ ਵਾਹਿਗੁਰੂ ਤੇਰਾ ਕੋਈ ਇੱਕ ਨਾਮ ਨਹੀਂ ਹੈ, ਇਸ ਕਰਕੇ ਤੈਨੂੰ ਨਮਸਕਾਰ ਹੈ। ਤ੍ਰਿਭੰਗੀ ਤ੍ਰਿਕਾਲੇ ਅਨੰਗੀ ਅਕਾਮੇ, ਤੂੰ ਤਿੰਨਾਂ ਭਵਨਾਂ ਦਾ ਨਾਸ ਕਰਨ ਵਾਲਾ। ਤ੍ਰਿਕਾਲੇ ਦਾ ਤਿੰਨੇ ਸਮਾਂ ਵਿੱਚ ਤੂੰ ਕਾਇਮ ਰਹਿਣ ਵਾਲਾ। ਜੋ ਬੀਤ ਗਿਆ ਤਾਂ ਵੀ ਸੀ, ਹੁਣ ਵੀ ਹੈ ਤੇ ਅੱਗੇ ਵੀ ਹੋਏਗਾ। ਤੇ ਅਨੰਗੀ ਅਕਾਮੇ, ਤੇਰਾ ਕੋਈ ਅੰਗ ਨਹੀਂ, ਤੈਨੂੰ ਕੋਈ ਕਾਮਨਾ ਜਿਹੜੀ ਹੈ ਉਹ ਪੋ ਨਹੀਂ ਸਕਦੀ, ਤੂੰ ਕਾਮਨਾ ਤੋਂ ਰਹਿਤ ਹੈ। ਇਸ ਤਰ੍ਹਾਂ ਗੁਰੂ ਸਾਹਿਬ ਜੀ ਕਹਿੰਦੇ ਇਹਨਾਂ ਗੁਣਾਂ ਕਰਕੇ ਇਹ ਸਭ ਰੂਪਾਂ ਵਿੱਚ ਤੂੰ ਹੀ ਵਰਤ ਰਿਹਾ। ਤੇਰਾ ਸਰੂਪ ਤੇਰੀ ਹਸਤੀ ਇਹੋ ਜਿਹੀ ਹੈ, ਇਸ ਕਰਕੇ ਮੈਂ ਤੈਨੂੰ ਨਮਸਕਾਰ ਕਰਦਾ ਹਾਂ ਮਾਲਕ ਜੀ। ਇਸ ਤਰ੍ਹਾਂ ਗੁਰੂ ਸਾਹਿਬ ਨੇ ਇਸ ਪਾਵਨ ਸੰਤ ਦੇ ਰਾਹੀਂ ਸਾਨੂੰ ਉਪਦੇਸ਼ ਬਖਸ਼ਿਆ। ਆਓ ਮੂਲ ਪਾਠ ਕਰਕੇ ਸਮਾਪਤੀ ਹੈ। ਸਾਰਿਆਂ ਨੇ ਆਪੋ ਆਪਣੀਆਂ ਹਾਜ਼ਰੀਆਂ ਦਰਜ ਕਰਾਉਣੀਆਂ ਜੀ। ਭੁਜੰਗ ਪ੍ਰਿਆਤ ਛੰਦ, ਨਮੋ ਸੂਰਜ ਸੂਰਜੇ ਨਮੋ ਚੰਦਰ ਚੰਦਰੇ, ਨਮੋ ਰਾਜ ਰਾਜੇ ਨਮੋ ਇੰਦਰ ਇੰਦਰੇ, ਨਮੋ ਅੰਧਕਾਰੇ ਨਮੋ ਤੇਜ ਤੇਜੇ, ਨਮੋ ਬ੍ਰਿੰਦ ਬ੍ਰਿੰਦੇ ਨਮੋ ਬੀਜ ਬੀਜੇ,
ਨਮੋ ਰਾਜ ਸੰਤਾਂ ਸੰਸਾਂਤ ਰੂਪੇ ਨਮੋ ਰਾਜ ਸੰਤਾਮ ਸੰਤ ਸਰੂਪੇ ਨਮੋ ਪਰਮ ਤਤੰ ਅਤਤੰ ਸਰੂਪੇ ਨਮੋ ਪ੍ਰਮ ਤੰਤਨ ਅਤੰਤਨ ਸਰੂਪੇ ਨਮੋ ਜੋਗ ਜੋਗੇ ਨਮੋ ਗਿਆਨ ਗਿਆਨੇ ਨਮੋ ਜੋਗ ਜੋਗੇ ਨਮੋ ਗਿਆਨ ਗਿਆਨੇ ਨਮੋ ਮੰਤਰ ਮੰਤਰੇ ਨਮੋ ਧਿਆਨ ਧਿਆਨੇ ਨਮੋ ਮੰਤਰ ਮੰਤਰੇ ਨਮੋ ਧਿਆਨ ਧਿਆਨ ਨਮੋ ਜੁਧ ਜੁਧੇ ਨਮੋ ਗਿਆਨ ਗਿਆਨੇ ਨਮੋ ਜੁਦ ਜੁਦੇ ਨਮੋ ਗਿਆਨ ਗਿਆਨੇ ਨਮੋ ਭੋਜ ਭੋਜੇ ਨਮੋ ਪਾਨ ਪਾਨੇ ਨਮੋ ਭੋਜ ਭੋਜੇ ਨਮੋ ਪਾਨ ਪਾਨੇ ਨਮੋ ਕਲਹ ਕਰਤਾ ਨਮੋ ਸ਼ਾਂਤ ਰੂਪੇ ਨਮੋ ਕਲੈ ਕਰਤਾ ਨਮੋ ਸ਼ਾਂਤ ਰੂਪੇ ਨਮੋ ਇੰਦਰ ਇੰਦਰੇ ਅਨਾਦੰ ਵਿਭੂਤੇ ਨਮੋ ਇੰਦਰ ਇੰਦਰੇ ਅਨਾਦਨ ਵਿਭੂਤੇ ਕਲੰਕਾਰ ਰੂਪੇ ਅਲੰਕਾਰ ਅਲੰਕੇ ਕਾਰ ਰੂਪੇ ਅਲੰਕਾਰ ਨਮੋ ਆਸ ਆਸੇ ਨਮੋ ਬਾਂਕ ਬੰਕੇ ਨਮੋ ਆਸ ਆਸੇ ਨਮੋ ਬਾਂਕ ਬੰਕੇ ਅਪੰਗੀ ਸਰੂਪੇ ਅਨੰਗੀ ਅਨਾਮੇ ਭੰਗੀ ਸਰੂਪੇ ਅਨੰਗੀ ਅਨਾਮੇ ਤਰਪੰਗੀ ਤਰਕਾਲੇ ਅਨੰਗੀ ਅਕਾਮੇ ਭੰਗੀ ਤਿਰਕਾਲੇ ਅਨੰਗੀ ਅਕਾਮੇ ਅਪੰਗੀ ਸਰੂਪੇ ਅਨੰਗੀ ਅਨਾਮੇ ਭੰਗੀ ਸਰੂਪੇ ਅਨੰਗੀ ਅਨਾਮੇ ਤਿਰਪੰਗੀ ਤਰਕਾਲੇ ਅਨੰਗੀ ਅਕਾਮੇ ਭੰਗੀ ਤਿਰਕਾਲੇ ਅਨੰਗੀ ਅਕਾਮੇ ਸੋ ਇਤਨੀਆਂ ਬੇਨਤੀਆਂ ਪ੍ਰਵਾਨ ਸਭਨਾਂ ਦਾ ਧੰਨਵਾਦ। ਫਤਿਹ ਦੀ ਸਾਂਝ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।